यस प्लीज। हाँ जी, मेरी बात गुड मॉर्निंग सर। गुड मॉर्निंग जी। गुड मॉर्निंग जी। गुड मॉर्निंग। गुड मॉर्निंग सर। गुड मॉर्निंग जी। गुड मॉर्निंग। गुड मॉर्निंग everybody. Let us start today. We will discuss next departmental next examination paper number 5 IPC. आज आप पढ़ेंगे जी IPC। अपनी अपनी बुक्स निकालो। इंडियन पिनल कोड 1860 फ्रॉम सेक्शन फ्रॉम चैप्टर 9 section 166 from chapter 9 offenses by the relating to the public servants. Offenses by or relating to public servants, ਚਾਹੇ ਕੋਈ offense public servant ਨੇ ਕੀਤਾ ਹੋਵੇ ਚਾਹੇ public servant ਦੇ ਖਿਲਾਫ ਹੋਇਆ ਹੋਵੇ, ਉਹਦੇ ਸੰਬੰਧੀ ਜਿਹੜਾ ਇਹ ਚੈਪਟਰ 9 ਹੈ ਡੀਲ ਕਰਦਾ ਹੈ। ਸੈਕਸ਼ਨ 161 ਤੋਂ ਲੈ ਕੇ 165 ਇਹ ਡਿਲੀਟ ਹੋ ਚੁੱਕੀਆਂ ਨੇ ਕਿਉਂਕਿ ਨਵਾਂ ਐਕਟ ਬਣ ਗਿਆ ਸੀ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988। ਇਹ ਜਿਹੜੀਆਂ ਹੈਗੀਆਂ ਸੀਗੀਆਂ ਉਹਦੇ ਸੰਬੰਧ ਸੀਗੀਆਂ ਕਰਪਸ਼ਨ ਦੇ ਨਾਲ ਰਿਲੇਟਡ ਸੀਗੀਆਂ। 161 ਤੋਂ ਲੈ ਕੇ 165 ਸੈਕਸ਼ਨ ਸੀਗੀਆਂ, ਇਹ ਤੋਂ ਡਿਲੀਟ ਹੋ ਕੇ ਜਿਹੜੀਆਂ ਉਧਰ ਇਨਸਰਟ ਹੋ ਚੁੱਕੀਆਂ ਨੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988 ਦੇ ਵਿੱਚ। ਤੇ ਅੱਜ ਅਸੀਂ ਪੜਾਂਗੇ ਸੈਕਸ਼ਨ 166 ਪਬਲਿਕ ਸਰਵੈਂਟ ਡਿਸਓਬੇਇੰਗ ਲਾ ਵਿਦ ਇੰਟੈਂਟ ਟੂ ਕਾਜ਼ ਇੰਜਰੀ ਟੂ ਐਨੀ ਪਰਸਨ। ਦੇਖੋ ਇਹ ਜਿਹੜੀਆਂ ਸੈਕਸ਼ਨਸ ਹੈਗੀਆਂ ਨੇ ਇਹ ਬਿਲਕੁਲ ਸ਼ਾਰਟ ਦੇ ਵਿੱਚ ਹੈਗੀਆਂ ਨੇ ਵੀ ਕਿਸ ਵਿਅਕਤੀ ਨੇ ਕੀ ਐਕਟ ਕੀਤਾ ਜਾਂ ਕੀ ਐਕਟ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਠੀਕ ਹੈ ਜੀ, ਕੀ ਕ੍ਰਾਈਮ ਕੀਤਾ ਜਾਂ ਕੀ ਉਹਦੀ ਜ਼ਿੰਮੇਵਾਰੀ ਬਣਦੀ ਸੀ ਉਹਨੇ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਉਹਦੇ ਲਈ ਉਹਨੂੰ ਕੀ ਅਫੈਂਸ ਹੋਏਗਾ। ਅਗੇ ਜਿਹੜਾ ਪ੍ਰੋਸੀਜਰ ਹੈਗਾ ਕਿਵੇਂ ਕਾਰਵਾਈ ਚੱਲੇਗੀ, ਪੁਲਿਸ ਨੇ ਕੀ ਕਾਰਵਾਈ ਕਰਨੀ ਹੈ, ਕੋਰਟ ਨੇ ਕੀ ਕਾਰਵਾਈ ਕਰਨੀ ਹੈ, ਉਹ ਸਾਰਾ ਜਿਹੜਾ ਪ੍ਰੋਸੀਜਰ ਹੈ ਆਪਾਂ CRPC 'ਚ ਪੜਾਂਗੇ। ਇੱਥੇ ਸਿੰਪਲ ਸ਼ਾਰਟ ਦਿੱਤਾ ਗਿਆ ਹੈਗਾ ਕੀ ਐਕਟ ਕੀਤਾ ਹੈ, ਕੀ ਕ੍ਰਾਈਮ ਕੀਤਾ ਹੈ, ਕੀ ਜੁਰਮ ਕੀਤਾ ਹੈ ਤੇ ਉਸ ਜੁਰਮ ਦੀ ਕੀ ਸਜ਼ਾ ਬਣਦੀ ਹੈ ਜਾਂ ਕੀ ਉਹਦੀ ਜ਼ਿੰਮੇਵਾਰੀ ਸੀ ਉਹਨੇ ਨਹੀਂ ਨਿਭਾਈ ਤਾਂ ਉਹਦੀ ਕੀ ਸਜ਼ਾ ਬਣਦੀ ਹੈਗੀ ਹੈ। 166 ਕੀ ਕਹਿੰਦਾ, ਪਬਲਿਕ ਸਰਵੈਂਟ ਡਿਸਓਬੇਇੰਗ ਲਾਅ, ਕਾਨੂੰਨ ਨੂੰ ਡਿਸਓਬੇ ਕਰਦਾ ਹੈ, ਕਾਨੂੰਨ ਦੀ ਪਾਲਣਾ ਨਹੀਂ ਕਰਦਾ ਹੈਗਾ। ਵਿਦ ਇੰਟੈਂਟ ਟੂ ਕਾਜ਼ ਇੰਜਰੀ ਟੂ ਐਨੀ ਪਰਸਨ, ਕਿਸੇ ਹੋਰ ਵਿਅਕਤੀ ਦਾ ਨੁਕਸਾਨ ਕਰਨ ਦੀ ਖਾਤਰ ਕੋਈ ਜਿਹੜਾ ਪਬਲਿਕ ਸਰਵੈਂਟ ਹੈਗਾ, ਕੋਈ ਗਵਰਨਮੈਂਟ ਇੰਪਲਾਈ ਹੈਗਾ। ਪਬਲਿਕ ਸਰਵੈਂਟ ਦੀ ਪਰਿਭਾਸ਼ਾ ਆਪਾਂ ਪਹਿਲਾਂ ਪੜ੍ਹ ਕੇ ਹਟਿਆ, ਕਈ ਥਾਂ ਤੇ ਆਈ ਹੈਗੀ ਹੈ ਕੌਣ ਕੌਣ ਪਬਲਿਕ ਸਰਵੈਂਟ ਹੁੰਦੇ ਆ। ਤੇ ਕੋਈ ਵੀ ਇੱਦਾਂ ਦਾ ਡਿਸਓਬੇ ਕਰਦਾ ਲਾਅ ਦੀ, ਕਾਨੂੰਨ ਦੀ ਉਲੰਘਣਾ ਕਰਦਾ ਹੈਗਾ ਜਾਂ ਕਿਸੇ ਹੋਰ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਤਾਂ ਕੀ ਹੋਏਗਾ, ਉਸ ਨੂੰ ਸ਼ੈਲ ਬੀ ਪੁਨਿਸ਼ਡ ਵਿਦ ਸਿੰਪਲੀ ਇੰਪ੍ਰਿਜ਼ਨਮੈਂਟ ਫਾਰ ਅ ਟਰਮ ਵਿਚ ਮੇ ਐਕਸਟੈਂਡ ਟੂ 1 ਈਅਰ, 1 ਸਾਲ ਤੱਕ ਦੀ ਸਜ਼ਾ ਜਾਂ ਫਾਈਨ ਹੋ ਸਕਦਾ ਜਾਂ ਦੋਨੋਂ ਹੋ ਸਕਦੇ ਆ ਉਸ ਪਬਲਿਕ ਸਰਵੈਂਟ ਜੋ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਹੈ, ਕਾਨੂੰਨ ਦੀ ਉਲੰਘਣਾ ਕਰਦਾ ਹੈਗਾ। ਜਿਵੇਂ ਕਿ ਐਗਜ਼ਾਮਪਲ ਹੈਗੀ ਹੈ A being an officer directed by law to take property in execution in order to satisfy the degree, ਕੋਈ ਡਿਗਰੀ ਪਾਸ ਹੋਈ ਹੋਈ ਹੈ ਜੈਡ ਦੇ ਫੇਵਰ ਦੇ ਵਿੱਚ, ਠੀਕ ਹੈ, ਉਹਦੀ ਬੋਲੀ ਕਰਾਣੀ ਹੈ, ਉਹਦੀ ਆਕਸ਼ਨ ਕਰਵਾਉਣੀ ਹੈਗੀ ਹੈ ਜੈਡ ਫੇਵਰ ਬਾਈ ਕੋਰਟ ਆਫ ਜਸਟਿਸ, ਕਿਸੇ ਅਦਾਲਤ ਨੇ ਡਿਗਰੀ ਪਾਸ ਕੀਤੀ ਵੀ ਹੈ। ਇਹ ਨਾਂ ਦਾ ਕੋਈ ਆਫਿਸਰ ਹੈਗਾ ਜੈਡ ਦੇ ਫੇਵਰ 'ਚ ਡਿਗਰੀ ਪਾਸ ਹੋਈ ਵੀ ਹੈ, ਉਹਦੀ ਆਕਸ਼ਨ ਕਰਵਾਉਣੀ ਹੈ, ਬੋਲੀ ਕਰਵਾਉਣੀ ਹੈ, ਉਹ ਨਹੀਂ ਕਰਵਾਉਂਦਾ ਹੈਗਾ। ਟਾਲਮਟੋਲ ਕਰਦਾ ਕਿਸੇ ਤਰੀਕੇ, disobey the directions of the law with the knowledge that he is likely thereby to cause injury to Z ਦਾ ਨੁਕਸਾਨ ਕਰਨ ਦੀ ਖਾਤਰ ਟਾਲਮਟੋਲ ਕੀਤੀ ਜਾ ਰਹੀ ਹੈ। ਉਹਦੀ ਜਿਹੜੀ ਕੋਰਟ ਦੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਹਦੀ ਡਿਗਰੀ ਉਹ ਸੈਟੀਸਫਾਈ ਨਹੀਂ ਕਰਾਈ ਜਾ ਰਹੀ, ਐਗਜ਼ੀਕਿਊਟ ਆਰਡਰ ਜਿਹੜਾ ਹੈਗਾ ਐਗਜ਼ੀਕਿਊਸ਼ਨ ਨਹੀਂ ਕੀਤੀ ਜਾ ਰਹੀ। ਇਹ ਹੈਜ਼ ਕਮਿਟਡ ਐਨ ਆਫੈਂਸ ਡਿਫਾਈਨਡ ਇਨ ਦਿਸ ਸੈਕਸ਼ਨ, ਇਸ ਸੈਕਸ਼ਨ ਦੇ ਤਹਿਤ ਜਿਹੜਾ ਹੈਗਾ ਮਤਲਬ ਉਹਦੇ ਵੱਲੋਂ ਜਿਹੜਾ ਅਫੈਂਸ ਕਮਿਟ ਕੀਤਾ ਜਾ ਰਿਹਾ ਹੈ। Next है section 167 public servant framing an incorrect document with intent to cause injury। कोई public servant है, कोई government duty ਦੇ ਹੈਗਾ ਜੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੈਗਾ, ਕੋਈ ਉਹ ਫਰੇਮ ਕਰਦਾ, ਕੀ ਕਰਦਾ, ਇਨਕਰੈਕਟ ਡਾਕੂਮੈਂਟ ਫਰੇਮ ਕਰ ਲੈਂਦਾ, ਤਿਆਰ ਕਰ ਲੈਂਦਾ ਹੈਗਾ ਕਾਹਦੇ ਲਈ, ਵਿਦ ਇੰਟੈਂਟ ਟੂ ਕਾਜ਼ ਇੰਜਰੀ, ਕਿਸੇ ਦੂਜੇ ਬੰਦੇ ਦਾ ਕਿਸੇ ਦਾ ਹੋਰ ਨੁਕਸਾਨ ਨਹੀਂ ਕਰਨ ਦੀ ਖਾਤਰ ਕੋਈ ਜਾਲੀ ਜਿਹੜਾ ਇਲੈਕਟ੍ਰੋਨਿਕ ਰਿਕਾਰਡ ਹੈ ਜਾਂ ਜੇ ਪ੍ਰੈਪਰੇਸ਼ਨ ਟ੍ਰਾਂਸਲੇਸ਼ਨ ਕਰ ਲੈਂਦਾ, ਗਲਤ ਟ੍ਰਾਂਸਲੇਟ ਕਰ ਲੈਂਦਾ, ਕੋਈ ਡਾਕੂਮੈਂਟ ਦੀ ਉਹਨੇ ਟ੍ਰਾਂਸਲੇਸ਼ਨ ਕਰਨੀ ਹੈ ਉਹ ਗਲਤ ਕਰ ਦਿੰਦਾ, ਇਲੈਕਟ੍ਰੋਨਿਕ ਰਿਕਾਰਡ ਗਲਤ ਤਿਆਰ ਕਰ ਲੈਂਦਾ ਹੈਗਾ। ਪੇਅਰਸ ਟ੍ਰਾਂਸਲੇਟਸ ਡਾਕੂਮੈਂਟ ਇਲੈਕਟ੍ਰੋਨਿਕ ਰਿਕਾਰਡ ਇਨ ਦਾ ਮੈਨਰ ਵਿਚ ਹੀ ਨੋਜ਼, ਉਹਨੂੰ ਪਤਾ ਹੈ ਵੀ ਮੈਂ ਇਹ ਗਲਤ ਕਰ ਰਿਹਾ ਤੇ ਇਨਕਰੈਕਟ ਕਰ ਰਹੇ ਹਾਂ, ਦੂਜੇ ਦਾ ਨੁਕਸਾਨ ਕਰਨ ਦੀ ਖਾਤਰ ਕਰ ਰਹੇ ਹਾਂ, ਤਾਂ ਇਹਦੇ ਵਿੱਚ ਕੀ ਹੋਏਗਾ, ਉਸ ਨੂੰ ਜਿਹੜੀ ਸਜ਼ਾ ਹੋ ਸਕਦੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਹੈ। ਨੈਕਸਟ ਹੈ ਸੈਕਸ਼ਨ 168 ਪਬਲਿਕ ਸਰਵੈਂਟ ਅਨਲawfully engaging in trade। ਕੋਈ ਪਬਲਿਕ ਸਰਵੈਂਟ ਹੈਗਾ ਗਵਰਨਮੈਂਟ ਡਿਊਟੀ ਤੇ ਹੈਗਾ
ਪਰ ਉਹ ਫਿਰ ਵੀ ਕੋਈ ਨਾ ਕੋਈ ਬਿਜ਼ਨਸ ਕਰਦਾ, ਜਿਵੇਂ ਕਿ ਆਪਾਂ ਨੇ ਕੰਡਕਟ ਰੂਲਸ ਹੈਗੇ ਨੇ, ਤੁਸੀਂ ਸੀਪੀ ਤੁਸੀਂ ਉਹ ਪੜ੍ਹਿਆ ਹੋਏਗਾ ਉਧਰ ਪੇਪਰ ਨੰਬਰ 8 ਦੇ ਵਿੱਚ ਪੜ੍ਹੋਗੇ ਕੰਡਕਟ ਰੂਲਸ, ਠੀਕ ਹੈ। ਗਵਰਨਮੈਂਟ ਡਿਊਟੀ ਜਿਹੜੇ ਗਵਰਨਮੈਂਟ EMPLOYEES ਹੁੰਦੇ ਆ, ਆਫੀਸਰਸ ਹੁੰਦੇ ਆ, ਉਹਨਾਂ ਦੇ ਲਈ ਕੰਡਕਟ ਰੂਲਸ ਬਣੇ ਹੋਏ ਹੈਗੇ ਆ। ਉਹ ਕੰਡਕਟ ਅਸੀਂ ਉਹ ਜਿਹੜੇ ਰੂਲਸ ਨੇ ਉਹਨਾਂ ਦੀ ਫੋਲੋ ਕਰਨੇ ਹੁੰਦੇ ਆ। ਉਹਨਾਂ ਰੂਲਾਂ ਦੇ ਅਗੇਂਸਟ ਜਾ ਕੇ ਕੋਈ ਬਿਜ਼ਨਸ ਉਹਦੇ ਵਿੱਚ ਲਿਖਿਆ ਹੋਏਗਾ ਡਿਟੇਲ ਦੇ ਵਿੱਚ ਵੀ ਤੁਸੀਂ ਬਿਜ਼ਨਸ ਨਹੀਂ ਕਰ ਸਕਦੇ, ਟ੍ਰੇਡ ਨਹੀਂ ਕਰ ਸਕਦੇ। ਕੋਈ ਗਵਰਨਮੈਂਟ EMPLOYEE ਜੇ ਫਿਰ ਵੀ ਕੋਈ ਟ੍ਰੇਡ ਕਰਦਾ, ਬਿਜ਼ਨਸ ਕਰਦਾ, ਤਾਂ ਉਹਨੂੰ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ हैं। नेक्स्ट है 169, पब्लिक सर्वेंट अनलॉफुली बाइंग और बिडिंग फॉर द प्रॉपर्टी। कोई सरकारी ਜ਼ਮੀਨ ਤੇ ਕੋਈ ਆਕਸ਼ਨ ਕਿਸੇ ਕੋਰਟ ਦੇ ਆਰਡਰ ਦੇ ਰਾਹੀਂ ਕੋਈ ਬੋਲੀ ਹੋਣੀ ਹੈ, ਕੋਈ ਜ਼ਮੀਨ ਦੀ ਆਕਸ਼ਨ ਕੀਤੀ ਜਾ ਰਹੀ ਹੈ, ਠੀਕ ਹੈ। ਅਨਲੌਫੁਲ ਜਿਹਨੂੰ ਅਸੀਂ ਜਿਵੇਂ ਕਹਿੰਦੇ ਜਿਹੜਾ ਕੋਈ ਵਿਅਕਤੀ ਹੈਗਾ ਜਿਹੜਾ ਬੋਲੀ ਕਰਵਾਉਣ ਵਾਲਾ ਹੈਗਾ, ਜਾਂ ਉਹਦੇ ਨਾਲ ਜਿੰਨੇ ਵੀ EMPLOYEE ਜੁੜੇ ਹੋਏ ਹੈਗੇ ਆ, ਉਹ ਬੋਲੀ ਦੇ ਕੇ ਕੋਈ ਪ੍ਰਾਪਰਟੀ ਖਰੀਦ ਨਹੀਂ ਸਕਦੇ, ਜਿਨ੍ਹਾਂ ਦੀ ਡਿਊਟੀ ਉਹ ਪ੍ਰਾਪਰਟੀ ਨੂੰ ਆਕਸ਼ਨ ਕਰਨ ਦੀ ਹੋਵੇ। ਤੇ ਫਿਰ ਵੀ ਜੇ ਕੋਈ ਪਬਲਿਕ ਸਰਵੈਂਟ ਹੈਗਾ ਅਨਲੌਫੁਲੀ ਬਾਇੰਗ ਔਰ ਬਿਡਿੰਗ, ਅਨਲੌਫੁਲੀ ਗਲਤ ਤਰੀਕੇ ਦੇ ਨਾਲ, ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਈ ਕਰਦਾ ਹੈ ਜਾਂ ਬਿਡਿੰਗ ਕਰਦਾ ਹੈ ਪ੍ਰਾਪਰਟੀ ਆਪਣੇ ਨਾਂ ਤੇ ਜਾਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਮ ਤੇ ਕਰਦਾ ਹੈਗਾ, ਤਾਂ ਹੀ ਸ਼ੈਲ ਬੀ ਪੁਨਿਸ਼ਡ ਵਿਦ ਦੀ ਸਿੰਪਲ ਇੰਪ੍ਰਿਜ਼ਨਮੈਂਟ ਫਾਰ ਅ ਟਰਮ ਵਿਚ ਮੇ ਐਕਸਟੈਂਡ ਟੂ 2 ਇਅਰਸ। 2 ਸਾਲ ਤੱਕ ਦੀ ਉਸਨੂੰ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈ, ਜਾਂ ਦੋਨੋਂ ਵੀ ਹੋ ਸਕਦੇ। ਨੈਕਸਟ ਹੈਗਾ ਪਰਸੋਨੇਟਿੰਗ ਪਬਲਿਕ ਸਰਵੈਂਟ। ਪਰਸੋਨੇਟ ਕਰਨਾ, ਕੀ ਕਰਨਾ? ਪਰਸੋਨੇਟ, ਜਾਲੀ ਅਫਸਰ ਬਣ ਜਾਣਾ, ਜਾਲੀ ਕੋਈ EMPLOYEE ਬਣ ਜਾਣਾ, ਜਾਲੀ ਮਤਲਬ ਕਿ ਕੋਈ ਵਰਦੀ ਕਿਸੇ ਹੋਰ ਦੀ ਵਰਦੀ ਪਾ ਕੇ ਆਪਣੇ ਆਪ ਨੂੰ ਸ਼ੋਅ ਕਰਦਾ, ਜਿਵੇਂ ਕਿਸੇ ਨੇ ਪੁਲਿਸ ਆਫਿਸਰ ਦੀ ਵਰਦੀ ਪਾ ਲਈ, ਕਿਸੇ ਨੇ ਕੋਈ ਹੋਰ ਤਰ੍ਹਾਂ ਦੀ ਵਰਦੀ ਪਾ ਕੇ ਆਪਣੇ ਆਪ ਨੂੰ ਪਰਸੋਨੇਟ ਕਰ ਦੇਣਾ ਵੀ ਮੈਂ ਫਲਾਣਾ ਹੈਗਾ, ਜਦੋਂ ਕਿ ਉਹ ਹੁੰਦਾ ਨਹੀਂ ਹੈਗਾ, ਠੀਕ ਹੈ। ਪਰਸੋਨੇਟਿੰਗ ਅ ਪਬਲਿਕ ਸਰਵੈਂਟ, whoever pretends to hold any particular office as a public servant knowing that he does not hold such office। ਪਤਾ ਹੈਗਾ ਵੀ ਮੈਂ ਇਹ ਨਹੀਂ ਹੈਗਾ, ਪਰ ਫਿਰ ਵੀ ਜਾਲੀ ਡਰੈਸ ਪਾ ਕੇ, ਜਾਲੀ ਹੋ ਕਰਕੇ ਕੋਈ ਬੰਦਾ ਜਿਹੜਾ ਹੈਗਾ ਆਪਦੇ ਆਪ ਨੂੰ ਜਾਲੀ ਅਫਸਰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਵੀ ਜਿਹੜੀ ਹੈਗੀ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਜੁਰਮਾਨਾ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। ਵੀਰਿੰਗ 171, ਵੀਰਿੰਗ गर्भ or carrying token used by the public servant with fraudulent intent। ਕਿਸੇ ਨੂੰ ਧੋਖਾ ਦੇਣ ਦੀ ਖਾਤਰ ਕੋਈ ਐਸਾ ਟੋਕਨ ਲਗਾ ਲੈਣਾ ਜਿਹੜਾ ਟੋਕਨ ਕੋਈ ਹੋਰ ਯੂਜ਼ ਕਰਦਾ ਹੋਵੇ, ਕੋਈ ਪਬਲਿਕ ਸਰਵੈਂਟ ਯੂਜ਼ ਕਰਦਾ ਹੋਵੇ। ਵੀਰਿੰਗ ਗਰਬ ਔਰ ਕੈਰਿੰਗ ਟੋਕਨ, ਜਾਂ ਕੋਈ ਡਰੈਸ ਇਦਾਂ ਦੀ ਪਹਿਨ ਲੈਣਾ ਜਿਹੜੀ ਕਿਸੇ ਸਰਕਾਰੀ ਮੁਲਾਜ਼ਮ ਵੱਲੋਂ ਪਹਿਨੀ ਜਾਂਦੀ ਹੋਵੇ। whoever not belonging to a certain class of public servant wears any garb or carries any token resembling any garb or token used by that class of public servant। ਕਿਸੇ ਵੀ ਕਲਾਸ, ਕਿਸੇ ਵੀ ਡਿਪਾਰਟਮੈਂਟ ਵੱਲੋਂ, ਕਿਸੇ ਵੀ ਕਲਾਸ ਵੱਲੋਂ, ਕਲਾਸ 4 ਹੋਵੇ ਜਾਂ 3rd ਹੋਵੇ, ਜਾਂ ਕੋਈ ਇਦਾਂ ਦੀ ਕੋਈ ਡਰੈਸ ਪਹਿਨ ਲੈਂਦਾ ਹੈਗਾ, ਆਪਣੇ ਆਪ ਨੂੰ ਸਾਬਤ ਕਰਦਾ ਮੈਂ ਫਲਾਣੇ ਆਫੀਸਰ ਦਾ ਦੇ ਨਾਲ ਅਟੈਚ ਹੈਗਾ, ਜਾਂ ਕੋਈ ਇਦਾਂ ਦੀ ਡਰੈਸ ਪਹਿਨ ਲੈਂਦਾ, ਕਲਾਸ 4 ਦੀ ਡਰੈਸ ਪਹਿਨ ਲੈਂਦਾ, ਠੀਕ ਹੈ। ਤੇ ਇਦਾਂ ਦਾ ਕੋਈ ਟੋਕਨ ਲਗਾ ਲੈਣਾ ਜਿੱਥੋਂ ਸਪੈਸੀਫਾਈ ਹੁੰਦਾ ਹੋਵੇ ਵੀ ਇਹ ਵਿਅਕਤੀ ਫਲਾਣਾ ਹੈਗਾ, ਪਰ ਨਹੀਂ ਹੁੰਦਾ ਹੈਗਾ, ਉਹ ਜਾਣਬੁੱਝ ਕੇ ਕਰਦਾ ਇਦਾਂ ਦਾ, ਤਾਂ ਉਸ ਨੂੰ 3 ਸਾਲ ਤੱਕ 3 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਨਾਲ ਹੀ 100 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਹੈ। ਨੈਕਸਟ ਹੈ ਚੈਪਟਰ 9A, offences relating to the elections। ਇਲੈਕਸ਼ਨਸ ਚੱਲਦੀਆਂ ਨੇ, ਜਦੋਂ ਇਲੈਕਸ਼ਨਸ ਹੁੰਦੀਆਂ ਨੇ ਤਾਂ ਇਲੈਕਸ਼ਨ ਦੇ ਸੰਬੰਧੀ ਵੀ ਬਹੁਤ ਸਾਰੇ ਜਿਹੜੇ ਹੈਗੇ ਨੇ ਕ੍ਰਾਈਮ, ਜੁਰਮ ਕੀਤੇ ਜਾਂਦੇ ਆ, ਕੁਝ ਵਿਅਕਤੀਆਂ ਵੱਲੋਂ, ਕੈਂਡੀਡੇਟਸ ਵੱਲੋਂ, ਹੋਰ ਵੱਲੋਂ, ਪਬਲਿਕ ਵੱਲੋਂ ਪੈਸੇ ਦੇ ਕੇ ਵੋਟਿੰਗ ਕੀਤੀ ਜਾਂਦੀ ਹੈਗੀ ਹੈ, ਜਾਂ ਝੂਠੇ ਬਿਆਨ ਇਦਾਂ ਦੇ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ ਜਿਹਦੇ ਨਾਲ ਲੋਕ ਜਿਹੜੇ ਹੈਗੇ ਆ ਉਹ ਗਲਤ ਤਰੀਕੇ ਦੇ ਨਾਲ ਗਲਤ ਵਿਅਕਤੀ ਨੂੰ ਮਤਲਬ ਕਿ ਵੋਟਿੰਗ ਕਰਦੇ ਹੈਗੇ ਆ। ਇਦਾਂ ਦੇ ਕੁਝ ਜਿਹੜੇ ਕ੍ਰਾਈਮਸ ਹੁੰਦੇ ਆ ਇਲੈਕਸ਼ਨ ਦੇ ਨਾਲ ਰਿਲੇਟਡ ਹੁੰਦੇ ਆ, ਅਸੀਂ ਇਸ ਚੈਪਟਰ ਦੇ ਅਧੀਨ ਪੜਾਂਗੇ। ਸੈਕਸ਼ਨ 171A ਕੀ ਕਹਿੰਦਾ? ਕੈਂਡੀਡੇਟ। ਕੈਂਡੀਡੇਟ ਕੌਣ ਹੁੰਦਾ? ਕੈਂਡੀਡੇਟ ਇਲੈਕਟੋਰਲ ਰਾਈਟ ਡਿਫਾਈਨ, ਇਹ ਡੈਫੀਨੇਸ਼ਨ ਦਿੱਤੀ ਗਈ ਕੈਂਡੀਡੇਟ ਦੀ। ਕੈਂਡੀਡੇਟ ਕੌਣ ਹੁੰਦਾ? ਜਿਹੜਾ ਇਲੈਕਸ਼ਨ ਲੜ ਰਿਹਾ ਹੁੰਦਾ, ਉਹਨੂੰ ਅਸੀਂ ਕੈਂਡੀਡੇਟ ਕਹਿੰਦੇ ਨੇ। ਇਲੈਕਟੋਰਲ ਰਾਈਟ, ਹਰ ਵਿਅਕਤੀ ਕੋਲ ਇਲੈਕਸ਼ਨ ਲੜਨ ਦਾ ਵੀ ਰਾਈਟ ਹੈਗਾ, ਤੇ ਵੋਟਿੰਗ ਕਰਨ ਦਾ ਵੀ ਰਾਈਟ ਹੈਗਾ। 171B ਦੇ ਵਿੱਚ ਕੀ ਕਿਹਾ ਗਿਆ? ਪ੍ਰਾਈਬਰੀ। ਪ੍ਰਾਈਬਰੀ ਕੀ ਹੁੰਦੀ ਹੈ? ਰਿਸ਼ਵਤ ਹੁੰਦੀ ਹੈ, ਗ੍ਰੈਟੀਫਿਕੇਸ਼ਨ ਹੁੰਦੀ ਹੈ, ਜਦੋਂ ਕੋਈ ਬੰਦਾ ਆਪਦੇ ਕਿਸੇ ਤੋਂ ਵੋਟਾਂ ਲੈਣ ਦੀ ਖਾਤਰ ਦਿੰਦਾ ਕਿਸੇ ਨੂੰ, ਜਾਂ ਦਿੰਦਾ ਜਾਂ ਲੈਂਦਾ ਹੈਗਾ, ਅਸੈਪਟ ਵੀ ਕਰਦਾ, ਦਿੰਦਾ ਵੀ ਹੈਗਾ। ਕਮਿਟਡ offense ਬਰਾਈਬਰੀ, ਤਾਂ ਇਸ ਨੂੰ ਜਿਹੜਾ ਕੀ ਕਹਿੰਦੇ, ਇਸ ਨੂੰ ਬਰਾਈਬਰੀ ਦਾ offense ਕਿਹਾ ਜਾਂਦਾ। ਕੋਈ ਪੈਸੇ ਦਾ ਲੈਣ ਦੇਣ ਕਰਦਾ ਵੋਟਿੰਗ ਦੀ ਖਾਤਰ, ਵੋਟਾਂ ਲੈਣ ਦੀ ਖਾਤਰ, ਜਾਂ ਵੋਟ ਪਾਉਣ ਦੀ ਖਾਤਰ ਕੋਈ ਪੈਸੇ ਲੈਂਦਾ ਹੈਗਾ, ਠੀਕ ਹੈ ਜੀ। ਨੈਕਸਟ ਚਲੋ 171C, ਅਨਡਿਊ ਇਨਫਲੂਐਂਸ ਐਟ ਦਾ ਇਲੈਕਸ਼ਨਸ। ਕੋਈ ਅਨਡਿਊ ਇਨਫਲੂਐਂਸ ਕ੍ਰੀਏਟ ਕਰਦਾ ਕਿਸੇ ਜਨਤਾ ਦੇ ਉੱਪਰ, ਕਿੱਥੇ ਕੋਈ ਭੀੜ ਇਕੱਠੀ ਕਰਕੇ 4 ਬੰਦਿਆਂ ਦੇ ਵਿੱਚ, ਜਾਂ ਕੋਈ EMPLOYEE ਜਾਂ ਕੋਈ ਮਾਲਕ ਆਪਣੇ ਨੌਕਰਾਂ ਨੂੰ ਮਤਲਬ ਕਿ ਅਨਡਿਊ ਇਨਫਲੂਐਂਸ ਕ੍ਰੀਏਟ ਕਰਕੇ ਕਹਿੰਦਾ ਵੀ ਵੋਟਿੰਗ ਫਲਾਣੇ ਵਿਅਕਤੀ ਨੂੰ ਵੋਟਿੰਗ ਕਰਨੀ ਹੈ,
ठीक है, whoever voluntarily interferes or attempts to interfere with the free exercise of any electoral right commits the offense of undue influence at an election, threatens any candidate or voter, ਕਿਸੇ ਕੈਂਡੀਡੇਟ ਨੂੰ ਜਾਂ ਵੋਟਰਸ ਨੂੰ ਥ੍ਰੈਟ ਕਰਦਾ ਹੈਗਾ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ, ਠੀਕ ਹੈ, ਪ੍ਰਭਾਵ ਪਾਉਂਦਾ ਉਹਦੇ ਉੱਪਰ, ਤਾਂ ਇਸ ਨੂੰ ਕੀ ਕਹਿੰਦੇ ਅਸੀਂ, ਔਰ ਐਨੀ ਪਰਸਨ ਟੂ ਹੋਮ ਏ ਕੈਂਡੀਡੇਟ ਔਰ ਵੋਟਰ ਇਜ਼ ਇੰਟਰਸਟਡ ਵਿਦ ਇੰਜਰੀ ਟੂ ਆਫ ਐਨੀ ਕਾਈਂਡ, ਵੀ ਕਿਸੇ ਤਰ੍ਹਾਂ ਦਾ ਨੁਕਸਾਨ ਕਰਕੇ ਮੈਂ ਨਹੀਂ ਤੁਸੀਂ ਵੋਟਾਂ ਨੂੰ ਪਾਓ, ਜਾਂ ਫਿਰ ਇੰਡਿਊਸਿਸ ਕਰਦਾ ਕਿਸੇ ਨੂੰ ਮਤਲਬ ਕਿ ਉਕਸਾਉਂਦਾ ਹੈਗਾ, ਤੇ ਉਸ ਨੂੰ ਉਸ ਵਿਅਕਤੀ ਜਿਹੜਾ ਇਦਾਂ ਦਾ ਅਫੈਂਸ ਕਰਦਾ ਸ਼ੈਲ ਬੀ ਡੀਮ ਟੂ ਇੰਟਰਫੀਅਰ ਵਿਦ ਅ ਫ੍ਰੀ ਐਕਸਰਸਾਈਜ਼ ਇਲੈਕਟੋਰਲ, ਉਹ ਕਹਿੰਦਾ ਕਿਹਾ ਗਿਆ ਉਸ ਨੂੰ ਵੀ ਇਹ ਜਿਹੜਾ ਹੈਗਾ ਫ੍ਰੀ ਇਲੈਕਟੋਰਲ ਰਾਈਟ ਦੇ ਵਿੱਚ, ਇਲੈਕਟੋਰਲ ਰਾਈਟ ਜਿਹੜਾ ਫ੍ਰੀ ਹੈਗਾ ਉਹਦੇ ਵਿੱਚ ਇਹ ਇੰਟਰਫੀਅਰ ਕਰ ਰਿਹਾ ਹੈਗਾ। ਔਰ ਵੋਟਰ ਵਿਦਿਨ ਦ ਮੀਨਿੰਗ ਆਫ ਸਬਸੈਕਸ਼ਨ ਇੱਕ ਇਹ ਸੈਕਸ਼ਨ ਦੇ ਤਹਿਤ ਇਹ ਕਿਹਾ ਜਾਂਦਾ ਵੀ ਉਹ ਬੰਦਾ ਜਿਹੜਾ ਹੈਗਾ ਕੋਈ ਅਨਡਿਊ ਇਨਫਲੂਐਂਸ ਕ੍ਰੀਏਟ ਕਰਦਾ ਕਿਸੇ ਤੇ, ਉਹਨੂੰ ਵੀ ਜਿਹੜੀ ਹੈਗੀ ਸਜ਼ਾ ਹੋ ਸਕਦੀ ਹੈ। ਪਰਸੋਨੇਸ਼ਨ ਐਂਡ ਇਲੈਕਸ਼ਨਸ, ਪਰਸੋਨੇਸ਼ਨ ਕਿਸੇ ਦੂਜੇ ਬੰਦੇ ਦੀ ਵੋਟ ਕੋਈ ਹੋਰ ਪਾਉਣ ਚਲਾ ਜਾਂਦਾ ਹੈਗਾ, ਗਲਤ ਕੋਈ ਡਾਕੂਮੈਂਟ ਲੈ ਕੇ ਆਪਦੇ ਆਪ ਦਾ ਨਾਮ ਗਲਤ ਦੱਸ ਕੇ, ਕੋਈ ਵਿਅਕਤੀ ਦੀ ਵੋਟ ਬਣੀ ਹੋਈ ਹੈ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਮਹੱਲੇ ਦੇ ਵਿੱਚ ਵੋਟ ਬਣੀ ਹੋਈ ਹੈਗੀ ਹੈ, ਉਹ ਵੋਟ ਪਾਉਣ ਲਈ ਨਹੀਂ ਆਇਆ, ਕੋਈ ਦੂਜਾ, ਜਿਵੇਂ ਤੁਸੀਂ ਅਕਸਰ ਦੇਖਦੇ ਹੋ ਹੁੰਦੇ ਰਹਿੰਦੇ ਸੀ ਪਹਿਲਾਂ, ਹੁਣ ਤੱਕ ਇਹ ਜ਼ਮਾਨਾ ਗੱਲਾਂ ਘੱਟ ਗਈਆਂ ਕਿਉਂਕਿ ਹੁਣ ਵੋਟਰ ਲਿਸਟਾਂ ਦੇ ਵਿੱਚ ਵੋਟਾਂ ਲੱਗਣ ਲੱਗ ਗਈਆਂ, ਪਰ ਫਿਰ ਵੀ ਕਿਸੇ ਤਰੀਕੇ ਨਾਲ ਕੋਈ ਕਿਸੇ ਦੀ ਹੋਰ ਦੀ ਜਦੋਂ ਕੋਈ ਵੋਟ ਪਾਉਣ ਜਾਂਦਾ ਹੈ, ਪਰਸੋਨੇਸ਼ਨ ਐਟ ਇਲੈਕਸ਼ਨਸ ਕਮਿਟਸ ਦਾ ਅਫੈਂਸ, ਔਰ ਪਰਸੋਨੇਸ਼ਨ ਤਾਂ ਉਹਨੇ ਵੀ ਉਹ ਵੀ ਅਫੈਂਸ ਕਮਿਟ ਕਰਦਾ ਹੈਗਾ। ਪ੍ਰੋਕਸੀ ਵੋਟਰ ਜਿਹਨੂੰ ਕਹਿ ਲਈਏ ਆਪਾਂ, ਕਿਸੇ ਦੀ ਹੋਰ ਦੀ ਵੋਟ ਪਾ ਕੇ ਜਾਂਦਾ ਹੈਗਾ। ਤੇ ਹੁਣ 171E ਦੇ ਵਿੱਚ ਕੀ ਕਿਹਾ, ਪਨਿਸ਼ਮੈਂਟ ਫਾਰ ਦਾ ਬਰਾਈਬਰੀ, ਜੇ ਕੋਈ ਰਿਸ਼ਵਤ ਲੈਂਦਾ ਕਰਦਾ ਹੈ, ਦਿੰਦਾ ਜਾਂ ਲੈਂਦਾ ਵੋਟ ਪਾਉਣ ਦੀ ਖਾਤਰ ਜਾਂ ਵੋਟ ਪਵਾਉਣ ਦੀ ਖਾਤਰ ਜਾਂ ਵੋਟ ਪਾਉਣ ਦੀ ਖਾਤਰ, ਤਾਂ ਉਹਦੇ ਵਿੱਚ ਕੀ ਹੈਗਾ, ਉਸਨੂੰ ਬਰਾਈਬਰੀ ਲੈਣ ਦੇ ਵਿੱਚ ਕੀ ਹੈਗੀ ਪਨਿਸ਼ਮੈਂਟ ਕਿੰਨੀ ਹੁੰਦੀ ਹੈ, 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ। ਪਨਿਸ਼ਮੈਂਟ ਫਾਰ ਅਨਡਿਊ ਇਨਫਲੂਐਂਸ ਔਰ ਪਰਸੋਨੇਸ਼ਨ, ਉੱਪਰ ਆਪਾਂ ਪੜ੍ਹਿਆ ਸੀ ਪਹਿਲਾਂ ਵੀ ਅਨਡਿਊ ਇਨਫਲੂਐਂਸ ਕੀ ਹੁੰਦੀ ਹੈ, ਪਰਸੋਨੇਸ਼ਨ ਕੀ ਹੁੰਦਾ ਹੈ, ਪਰਸੋਨੇਸ਼ਨ ਦੇ ਬਾਰੇ ਪੜ੍ਹਿਆ, ਅਨਡਿਊ ਇਨਫਲੂਐਂਸ ਬਾਰੇ ਪੜ੍ਹਿਆ, ਦੋਨਾਂ ਕੇਸਾਂ ਜਿਹੜੀ ਸਜ਼ਾ ਹੋ ਸਕਦੀ ਹੈ 1 ਸਾਲ ਤੱਕ ਦੀ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈਗਾ 171G, ਫਾਲਸ ਸਟੇਟਮੈਂਟ ਇਨ ਕਨੈਕਸ਼ਨ ਵਿਦ ਐਨ ਇਲੈਕਸ਼ਨ, ਇਲੈਕਸ਼ਨ ਦੇ ਸੰਬੰਧ ਵਿੱਚ ਕੋਈ ਗਲਤ ਸਟੇਟਮੈਂਟ ਦੇਣੀ, ਅਫੈਕਟਸ ਦਾ ਰਿਜ਼ਲਟ, ਜਿਹਦੇ ਨਾਲ ਜਿਹੜਾ ਰਿਜ਼ਲਟ ਹੈਗਾ ਉਹ ਅਫੈਕਟ ਕਰਦਾ ਹੋਵੇ ਵੋਟਿੰਗ ਦਾ, ਜਿਹੜਾ ਹੈਗਾ ਪਬਲਿਕ ਦੇ ਵਿੱਚ ਇਦਾਂ ਦੀ ਕੋਈ ਪਬਲਿਸ਼ ਕਰ ਦੇਣੀ, ਕੋਈ ਵੋਟਿੰਗ ਕਰ ਦੇਣੀ, ਕੋਈ ਇਦਾਂ ਦਾ ਇਸ਼ਤਿਹਾਰਬਾਜ਼ੀ ਕਰ ਦੇਣੀ, ਠੀਕ ਹੈ, ਗਲਤ ਤਰੀਕੇ ਦੇ ਨਾਲ, ਜਿਹਦੇ ਨਾਲ ਜਿਹੜੀ ਹੈਗੀ ਇਲੈਕਸ਼ਨ ਜਿਹੜੀ ਹੈਗੀ ਅਫੈਕਟ ਹੁੰਦੀ ਹੋਵੇ, ਪਰ ਹੋਵੇ ਉਹ ਜਿਹੜੀ ਸਟੇਟਮੈਂਟ ਗਲਤ ਹੋਵੇ, ਠੀਕ ਹੈ, ਫਾਲਸ ਔਰ ਡਜ਼ ਨਾਟ ਬਲੀਵ ਟੂ ਬੀ ਟਰੂ, ਪਤਾ ਹੋਵੇ ਜਿਹੜਾ ਸਟੇਟਮੈਂਟ ਦੇ ਰਿਹਾ ਵੀ ਮੈਂ ਫਾਲਸ ਸਟੇਟਮੈਂਟ ਦੇ ਰਿਹਾ ਹੈਗਾ, ਸ਼ੈਲ ਬੀ ਪਨਿਸ਼ਡ ਵਿਦ ਫਾਈਨ। ਕਰੈਕਟਰ ਔਰ ਕੰਡਕਟ, ਕਿਸੇ ਉਹਦੇ ਕਰੈਕਟਰ ਦੇ ਸੰਬੰਧ ਵਿੱਚ, ਕਿਸੇ ਕੰਡਕਟ ਦੇ ਸੰਬੰਧ ਵਿੱਚ, ਕਿਸੇ ਕੈਂਡੀਡੇਟ ਦੇ ਸੰਬੰਧ ਵਿੱਚ, ਠੀਕ ਹੈ, ਉਹਦੇ ਕਰੈਕਟਰ ਬਾਰੇ ਹੋਰ ਬਾਰੇ ਕੋਈ ਗਲਤ ਸਟੇਟਮੈਂਟ ਦਿੰਦਾ ਤਾਂ ਉਹ ਜਿਹੜਾ ਹੈਗਾ ਸ਼ੈਲ ਬੀ ਪਨਿਸ਼ਡ ਵਿਦ ਫਾਈਨ, ਤਾਂ ਉਸਨੂੰ ਜਿਹੜਾ ਹੈਗਾ ਜੁਰਮਾਨਾ ਕੀਤਾ ਜਾ ਸਕਦਾ ਹੈ। ਲੀਗਲ ਪੇਮੈਂਟ 171H, ਲੀਗਲ ਪੇਮੈਂਟ ਇਨ ਕਨੈਕਸ਼ਨ ਵਿਦ ਐਨ ਇਲੈਕਸ਼ਨ, ਇਲੈਕਸ਼ਨ 'ਚ ਤੁਸੀਂ ਦੇਖਿਆ ਹੈਗਾ ਵੀ ਖਰਚ ਦਾ ਹਿਸਾਬ ਤਾਂ ਕੈਂਡੀਡੇਟ ਜਿੰਨਾ ਖਰਚਾ ਕਰਦੇ ਨੇ ਉਹਦਾ ਸਾਰਾ ਜਿਹੜਾ ਹੈਗਾ ਅਕਾਊਂਟ ਰੱਖਿਆ ਜਾਂਦਾ ਹੈਗਾ, ਸਟੇਟਮੈਂਟ ਦੇਣੀ ਹੁੰਦੀ ਉਸਨੇ ਕਿੰਨਾ ਖਰਚ ਕੀਤਾ ਹੈ, ਠੀਕ ਹੈ। ਜੇਕਰ ਲੀਗਲ ਪੇਮੈਂਟਸ ਕੀਤੀਆਂ ਜਾਂਦੀਆਂ ਨੇ, ਉਹ ਮਤਲਬ ਖਰਚੇ 'ਚ ਦਿਖਾਈਆਂ ਨਹੀਂ ਜਾਂਦੀਆਂ ਹੈਗੀਆਂ, ਸਟੇਟਮੈਂਟ 'ਚ ਦਿਖਾਈਆਂ ਨਹੀਂ ਜਾਂਦੀਆਂ ਕੈਂਡੀਡੇਟ ਵੱਲੋਂ, ਔਰ ਖਰਚ ਕੀਤੀਆਂ ਜਾਂਦੀਆਂ ਨੇ, ਕੋਈ ਇਦਾਂ ਦੀਆਂ ਲੀਗਲ ਪੇਮੈਂਟ ਕੀਤੀਆਂ ਜਾਂਦੀਆਂ ਨੇ, ਕੋਈ ਮੀਟਿੰਗ ਹੋਈ ਹੈ ਉੱਥੇ ਚਾਹ ਪਾਣੀ ਦਾ ਕੋਈ ਰਿਫਰੈਸ਼ਮੈਂਟ ਦੇ ਖਰਚੇ ਹੋਏ ਹੈਗੇ ਆ, ਠੀਕ ਹੈ, ਉਹ ਕੈਂਡੀਡੇਟ ਆਪ ਕਰਨੀ ਪਿਆ ਕਿਸੇ ਹੋਰ ਤੋਂ ਕਰਵਾ ਦਿੰਦਾ ਹੈਗਾ, ਲੀਗਲ ਪੇਮੈਂਟ ਇਸ ਨੂੰ ਕਹਾਂਗੇ ਅਸੀਂ, ਵਿਚ ਮੇ ਐਕਸਟੈਂਡ ਟੂ 500 ਸ਼ੈਲ ਬੀ ਪਨਿਸ਼ਡ ਵਿਦ ਫਾਈਨ, ਉਸ ਕੈਂਡੀਡੇਟ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ 500 ਰੁਪਏ ਤੱਕ ਦਾ, provided that not exceeding the amount of 10 rupees, ਪਰ ਇੱਥੇ ਨਾਲ ਇਹ ਵੀ ਕਿਹਾ ਗਿਆ ਹੈ ਵੀ ਜੇ ਕੋਈ ਮਾੜਾ ਮੋਟਾ ਖਰਚਾ ਕਿਸੇ ਨੇ ਕਰ ਦਿੱਤਾ ਹੋਵੇ, ਕਿਸੇ ਚਾਹ ਪਾਣੀ ਹਲਕਾ ਫੁਲਕਾ ਕੋਈ 10-20 ਰੁਪਏ ਦਾ ਖਰਚਾ ਕਰ ਦਿੱਤਾ ਹੋਵੇ, ਤਾਂ ਉਸਨੂੰ ਅਸੀਂ ਇਲੀਗਲ ਪੇਮੈਂਟ ਨਹੀਂ ਕਹਿ ਸਕਦੇ। ਸੈਕਸ਼ਨ 171I, ਫੇਲਰ ਟੂ ਕੀਪ ਇਲੈਕਸ਼ਨ ਅਕਾਊਂਟਸ, ਕੋਈ ਵਿਅਕਤੀ ਕੋਈ ਕੈਂਡੀਡੇਟ ਹੈ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਇਲੈਕਸ਼ਨ ਦਾ ਜਿਹੜਾ ਅਕਾਊਂਟ ਹੈਗਾ ਉਸਨੇ ਰੱਖਣਾ ਹੁੰਦਾ ਹੈ, ਪਰ ਉਹ ਨਹੀਂ ਰੱਖਦਾ ਹੈਗਾ, ਫੇਲ ਹੋ ਜਾਂਦਾ ਹੈ, punished with fine which may extend to 500, ਤਾਂ ਉਸਨੂੰ ਜਿਹੜਾ ਜੁਰਮਾਨਾ ਕੀਤਾ ਜਾ ਸਕਦਾ ਹੈ 500 ਤੱਕ ਰੁਪਈਸ ਦਾ। ਨੈਕਸਟ ਸਾਡਾ ਚੈਪਟਰ ਹੈਗਾ 10, ਚੈਪਟਰ ਨੰਬਰ 10 ਆਫ ਕੰਟੈਂਪਟਸ ਆਫ ਦ ਲਾਫੁਲ ਅਥਾਰਟੀ ਆਫ ਪਬਲਿਕ ਸਰਵੈਂਟਸ, ਕੰਟੈਂਪਟਸ ਆਫ ਲਾਫੁਲ ਅਥਾਰਟੀ ਆਫ ਪਬਲਿਕ ਸਰਵੈਂਟ, ਪਬਲਿਕ ਸਰਵੈਂਟ ਹੁੰਦੇ ਨੇ ਜਿਨ੍ਹਾਂ ਨੂੰ ਡਿਊਟੀਜ਼ ਸੌਂਪੀਆਂ ਹੋਈਆਂ ਹੁੰਦੀਆਂ ਨੇ, ਕੰਮ ਕਰਨਾ ਹੁੰਦਾ ਉਹਨੇ, ਅੰਡਰ ਲਾਅ ਕਰਨਾ ਹੁੰਦਾ ਹੈ, ਉਹਦੇ ਸੰਬੰਧ ਵਿੱਚ
ਇਹ ਜਿਹੜਾ ਚੈਪਟਰ ਹੈਗਾ। ਸੈਕਸ਼ਨ 172 ਕੀ ਕਿਹਾ? ਐਬਸਕੌਂਡਿੰਗ ਟੂ ਅਵੋਇਡ ਸਰਵਿਸ ਆਫ ਸਮਨਸ ਔਰ ਅਦਰ ਪ੍ਰੋਸੀਡਿੰਗਸ। ਕੋਈ ਵਿਅਕਤੀ ਹੈ, ਕੋਈ ਸੇਵਾਦਾਰ ਹੈ, ਸੰਮਨ ਲੈ ਕੇ ਜਾਂਦਾ ਹੈ। ਕਿਸੇ ਕੋਰਟ ਦੇ ਸੰਮਨ ਹੋ ਸਕਦੇ ਨੇ, ਕਿਸੇ ਪਬਲਿਕ ਸਰਵੈਂਟ ਦੇ ਵੀ ਸੰਮਨ ਹੋ ਸਕਦੇ ਨੇ, ਕਿਸੇ ਦਫ਼ਤਰ ਦੇ ਕਿਸੇ ਆਫੀਸਰ ਦੇ ਵੀ ਸੰਮਨ ਹੋ ਸਕਦੇ ਨੇ। ਠੀਕ ਹੈ। ਜੇ ਕੋਈ ਵਿਅਕਤੀ ਐਬਸਕੌਂਡ ਕਰਦਾ ਹੈ, ਭੱਜਦਾ ਹੈ, ਸੰਮਨ ਲੈਣ ਤੋਂ ਇਨਕਾਰ ਕਰਦਾ ਹੈ, ਭੱਜ ਜਾਂਦਾ ਹੈ, ਐਬਸਕੌਂਡਿੰਗ ਟੂ ਅਵੋਇਡ ਸਰਵਿਸ ਆਫ ਸੰਮਨ, ਵੀ ਮੈਨੂੰ ਸੰਮਨ ਦੀ ਸਹੀ ਸਰਵਿਸ ਹੈ ਨਾ ਹੋਵੇ। ਠੀਕ ਹੈ। ਤਾਂ ਉਸ ਵਿਅਕਤੀ ਨੂੰ ਵੀ ਜਿਹੜਾ 1 ਮੰਥ ਤੱਕ ਦਾ ਜਿਹੜਾ ਹੈਗਾ ਪਨਿਸ਼ਮੈਂਟ ਕੀਤੀ ਜਾ ਸਕਦੀ ਹੈ, ਤੇ ਨਾਲ ਹੀ 100 ਰੁਪਏ ਤੱਕ ਦਾ 500 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਨੇ। ਪਰ ਨਾਲ ਹੀ ਇੱਥੇ ਦੂਜਾ ਪੈਰਾ ਹੈਗਾ ਵੀ ਜੇਕਰ ਸੰਮਨ ਕਿਸੇ ਕੋਰਟ ਦੇ ਨੇ, ਕਿਸੇ ਅਦਾਲਤ ਦੇ ਨੇ, produce a document or if the summons or notice or order is to attend in person, ਜੇਕਰ ਕੋਰਟ ਨੇ ਬੁਲਾਇਆ ਹੋਇਆ ਉਸ ਵਿਅਕਤੀ ਨੂੰ ਵੀ ਇਨ ਪਰਸਨ ਲੈ ਕੇ ਉਸਨੇ ਕੋਈ ਡਾਕੂਮੈਂਟ ਲੈ ਕੇ ਜਾਂ ਕੋਈ ਇਲੈਕਟ੍ਰੋਨਿਕ ਰਿਕਾਰਡ ਲੈ ਕੇ ਕੋਰਟ ਦੇ ਵਿੱਚ ਸਬਮਿਟ ਕਰਨਾ ਹੈ। ਠੀਕ ਹੈ। ਉਹ ਸੰਮਨ ਲੈਣ ਤੋਂ ਮਤਲਬ ਕਿ ਭੱਜਦਾ ਹੈਗਾ, ਨੱਠਦਾ ਹੈਗਾ, ਇੱਧਰ ਉੱਧਰ ਹੋ ਜਾਂਦਾ ਹੈ, ਤਾਂ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਹੋ ਸਕਦੀ ਹੈ, ਤੇ ਨਾਲ ਫਾਈਨ ਵੀ ਹੋ ਸਕਦਾ ਹੈ 1000 ਰੁਪਏ ਤੱਕ ਦਾ, ਦੋਨੋਂ ਵੀ ਹੋ ਸਕਦਾ ਹੈ। Section 173 ਕੀ ਕਿਹਾ? preventing service of summons on other proceedings or preventing publication thereof। ਕੋਈ ਵਿਅਕਤੀ ਹੈਗਾ ਪ੍ਰੀਵੈਂਟ ਕਰਦਾ ਹੈ, ਰੋਕਦਾ ਹੈ ਸਰਵਿਸ ਆਫ ਸਮਨ ਹੋਣ ਤੋਂ, ਔਰ ਅਦਰ ਪ੍ਰੋਸੀਡਿੰਗ ਜਾਂ ਕੋਈ ਪ੍ਰੋਸੀਡਿੰਗ ਹੈ ਕੋਈ ਜਾਂ ਕੋਈ ਸਮਨਿੰਗ ਹੈਗੀ ਹੈ, ਪ੍ਰੀਵੈਂਟਿੰਗ ਪਬਲਿਕੇਸ਼ਨ thereof, ਜਾਂ ਉਹਦੀ ਕੋਈ ਮਨਾਦੀ ਕਰਨਾ ਚਾਹੁੰਦਾ ਹੈਗਾ, ਕੋਈ ਇੰਪਲਾਈ ਕੋਈ ਸੇਵਾਦਾਰ ਉਹਦੀ ਮਨਾਦੀ ਕਰਨ ਵਾਸਤੇ ਗਿਆ ਹੈ, ਉਹਨੂੰ ਮਨਾਦੀ ਕਰਨ ਤੋਂ ਰੋਕਦਾ ਹੈ, ਸਮਨਿੰਗ ਕਰਨ ਤੋਂ ਰੋਕਦਾ ਹੈਗਾ, ਤਾਂ ਉਸ ਵਿਅਕਤੀ ਨੂੰ ਕੀ ਹੈਗੀ ਹੈ or intentionally prevents the lawful affixing of any place, ਜਾਂ ਉਹ ਕਿਸੇ ਜਗ੍ਹਾ ਤੇ ਚਸ਼ਪਾ ਕਰਨਾ ਚਾਹੁੰਦਾ ਹੈਗਾ ਸੰਮਨ ਨੂੰ, ਉਹ ਵੀ ਕਰ ਨਹੀਂ ਦਿੰਦਾ। ਹਾਂਜੀ। ਜਾਂ ਫਿਰ ਇੰਟੈਂਸ਼ਨਲੀ ਰਿਮੂਵਸ, ਜਾਂ ਚਸ਼ਪਾ ਨਹੀਂ ਕਰ ਦਿੱਤਾ ਸੀ ਉਹਨੂੰ ਹਟਾ ਦਿੰਦਾ, ਉਹਨੂੰ ਪਾੜ ਦਿੰਦਾ ਸੰਮਨ ਨੂੰ, ਸਮਨਸ ਨੋਟਿਸ ਨੂੰ, ਜਾਂ ਕਿਸੇ ਆਰਡਰ ਦੀ ਕਾਪੀ ਕਿਸੇ ਵੀ ਜਗ੍ਹਾ ਤੇ ਉਹਨੇ ਚਸ਼ਪਾ ਕਰ ਦਿੱਤੀ ਸੀਗੀ, ਠੀਕ ਹੈ, ਅੰਡਰ ਦਾ ਲਾਅ, ਉਹਨੂੰ ਪਾੜ ਕੇ ਸਿੱਟ ਦਿੰਦਾ ਹੈ। ਜਾਂ ਇੰਟੈਂਸ਼ਨਲੀ ਪ੍ਰੀਵੈਂਟਸ ਦਾ ਲਾਫੁਲ ਮੇਕਿੰਗ ਪ੍ਰੋਕਲੇਮੇਸ਼ਨ, ਜਾਂ ਉਹ ਮਨਾਦੀ ਕਰਨਾ ਚਾਹੁੰਦਾ ਹੈ ਉਹਨੂੰ ਮਨਾਦੀ ਨਹੀਂ ਕਰ ਦਿੰਦਾ ਹੈਗਾ ਪਬਲਿਕ ਕਿਸੇ ਇੰਪਲਾਈ ਨੂੰ, ਸ਼ੈਲ ਬੀ ਪੁਨਿਸ਼ਡ। ਐਸੇ ਵਿਅਕਤੀ ਨੂੰ ਜਿਹੜਾ ਇਦਾਂ ਦੀ ਕੋਈ ਕਾਰਵਾਈ ਕਰਦਾ ਹੈਗਾ ਉਸ ਨੂੰ ਜਿਹੜੀ ਹੈਗੀ ਹੈ 1 ਮੰਥ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ, ਤੇ ਨਾਲ ਹੀ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਦੈਨ ਅਗਲੇ ਪੈਜ ਕੀ ਕਿਹਾ ਗਿਆ? ਇਫ ਦਾ ਸਮਨਸ ਨੋਟਿਸ ਆਰਡਰ ਪ੍ਰੋਕਲੇਮੇਸ਼ਨ ਟੂ ਅਟੈਂਡ ਇਨ ਪਰਸਨ, ਜੇ ਉਹ ਇਦਾਂ ਦਾ ਕੋਈ ਨੋਟਿਸ ਹੈਗਾ, ਕੋਈ ਪ੍ਰੋਕਲੇਮੇਸ਼ਨ ਹੈਗੀ ਆ, ਕੋਈ ਸੰਮਨ ਹੈਗਾ ਜਿਹਦੇ ਵਿੱਚ ਕਿਹਾ ਗਿਆ ਅਦਾਲਤ ਨੇ ਵੀ ਉਹ ਵਿਅਕਤੀ ਹੈਗਾ ਜਿਹੜਾ ਹੈਗਾ ਖੁਦ ਆ ਕੇ ਕੋਰਟ ਦੇ ਵਿੱਚ ਡਾਕੂਮੈਂਟ ਪ੍ਰੋਡਿਊਸ ਕਰਨੇ ਆ ਉਸਨੇ, ਜਾਂ ਕੋਈ ਇਲੈਕਟ੍ਰੋਨਿਕ ਰਿਕਾਰਡ ਪੇਸ਼ ਕਰਨਾ ਹੈਗਾ ਕਿਸੇ ਅਦਾਲਤ ਦੇ ਵਿੱਚ, ਤਾਂ ਐਸਾ ਕਰਨ ਤੋਂ ਉਹ ਰੋਕਦਾ ਹੈਗਾ। ਉੱਪਰ ਹੀ ਸਾਰੀ ਕਾਰਵਾਈ ਕਰਦਾ ਹੈ ਜਿਹੜੀ ਕਿ ਆਪਾਂ 2-3 ਪਹਿਰੇ ਦਿਖਾਈ ਗਈ ਹੈਗੀ ਹੈ। ਸੰਮਨ ਨੂੰ ਪਾੜ ਕੇ ਸਿੱਟ ਦਿੰਦਾ ਹੈ, ਸੰਮਨ ਲੈਂਦਾ ਨਹੀਂ ਹੈਗਾ, ਉਹਨਾਂ ਦੀ ਕਰ ਨਹੀਂ ਦਿੰਦਾ, ਤਾਂ ਉਸ ਵਿਅਕਤੀ ਨੂੰ ਜਿਹੜੀ ਹੈਗੀ ਸਜ਼ਾ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਨਾਲ ਹੀ ਜੁਰਮਾਨਾ ਹੋ ਸਕਦਾ ਹੈ 1000 ਰੁਪਏ ਤੱਕ ਦਾ, ਜਾਂ ਦੋਨੋਂ ਵੀ ਹੋ ਸਕਦੇ ਹੈ। Next step है section 174 non attendance in obedience to an order from the public servant। किसी पब्लिक सर्वेंट ने जिमें कि कोई तहसीलदार कह लिए, कोई पुलिस ऑफिसर कह लिए, ठीक है, किसी व्यक्ति ਨੂੰ ਸਮਨ ਭੇਜੇ ਹੈਗੇ ਆ non attendance in obedience to an order from the public servant। ਕੋਈ ਵਿਅਕਤੀ ਜਿਹੜਾ ਹੈਗਾ ਅਟੈਂਡ ਨਹੀਂ ਕਰਦਾ, ਕੋਰਟ ਜਾਂਦਾ ਨਹੀਂ ਹੈਗਾ, ਜਿੱਥੇ ਸਮਨ ਭੇਜ ਕੇ ਬੁਲਾਇਆ ਗਿਆ ਸੀ ਉਸ ਨੂੰ ਉਹ ਹਾਜ਼ਰ ਨਹੀਂ ਹੁੰਦਾ ਹੈਗਾ। And the time in obedience to a summons, notice, order or proclamation proceeding from any public servant legally competent, ਜਿਹੜਾ public servant ਹੈ legally competent ਸੀ ਨੋਟਿਸ ਭੇਜਣ ਦਾ, ਉੱਥੇ ਜਾਂਦਾ ਨਹੀਂ ਹੈਗਾ, ਜਾਂ ਫਿਰ intentionally omits to attend, ਜਾਣਬੁੱਝ ਕੇ omit ਕਰ ਦਿੰਦਾ ਹੈ, ਜਾਂਦਾ ਨਹੀਂ ਹੈ ਕੋਰਟ ਦੇ ਵਿੱਚ। ਕੋਰਟ ਦੀ ਗੱਲ ਨਹੀਂ ਕਰ ਰਹੇ, ਕਿਸੇ ਪਬਲਿਕ ਸਰਵੈਂਟ ਦੀ ਗੱਲ ਕਰ ਰਹੇ ਹਾਂ, ਕਿਸੇ ਆਫਿਸ ਦੀ ਗੱਲ ਕਰ ਰਹੇ ਹਾਂ, ਜਿਸ ਆਫਿਸਰ ਨੂੰ ਨੋਟਿਸ ਭੇਜਣ ਦਾ ਅਧਿਕਾਰ ਹੋਵੇ, ਫਿਰ ਐਸੇ ਵਿਅਕਤੀ ਨੂੰ ਕੀ ਹੈਗਾ ਸ਼ੈਲ ਬੀ ਪੁਨਿਸ਼ਡ ਵਿਦ ਸਿੰਪਲ ਇੰਪ੍ਰਿਜ਼ਨਮੈਂਟ ਫॉर ਅ ਟਰਮ ਵਿਚ ਮੇ ਐਕਸਟੈਂਡ ਟੂ 1 ਮੰਥ। ਯਾਨੀ ਕਿ ਕਹਿ ਲਈ ਉਹਨੂੰ ਨੋਟਿਸ ਤਾਂ ਮਿਲ ਜਾਂਦਾ ਹੈ, ਨੋਟਿਸ ਮਿਲਣ ਦੇ ਬਾਵਜੂਦ ਵੀ ਉਹ ਜਿਹੜਾ ਹੈਗਾ ਉੱਥੇ ਜਿੱਥੇ ਉਹਨੂੰ ਬੁਲਾਇਆ ਗਿਆ ਸੀ ਉੱਥੇ ਨਹੀਂ ਪਹੁੰਚਦਾ ਹੈਗਾ, ਕਿਸੇ ਸਰਕਾਰੀ ਅਫਸਰ ਨੇ ਬੁਲਾਇਆ ਸੀਗਾ ਉੱਥੇ ਨਹੀਂ ਪਹੁੰਚਦਾ ਹੈਗਾ, ਨਹੀਂ ਜਾਂਦਾ ਹੈਗਾ, ਜਾਣਬੁੱਝ ਕੇ ਨਹੀਂ ਜਾਂਦਾ ਹੈਗਾ, ਤਾਂ ਉਹਨੂੰ 1 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ 500 ਰੁਪਏ ਤੱਕ ਦਾ ਫਾਈਨ ਵੀ ਕੀਤਾ ਜਾ ਸਕਦਾ ਹੈ। ਪਰ ਦੂਜਾ ਪਹਿਰਾ ਇਹ ਹੈ ਵੀ ਜੇਕਰ ਉਸਨੂੰ ਕਿਸੇ ਅਦਾਲਤ ਨੇ ਬੁਲਾਇਆ ਹੋਵੇ, ਕੋਰਟ ਆਫ ਜਸਟਿਸ ਨੇ ਬੁਲਾਇਆ ਹੋਵੇ, ਠੀਕ ਹੈ, और if the summons, notice or order or proclamation is to attend in person,
ਉਸ ਵਿਅਕਤੀ ਨੂੰ ਪਰਸਨਲੀ ਤੌਰ ਤੇ ਕਿਸੇ ਅਦਾਲਤ ਨੇ ਬੁਲਾਇਆ ਹੋਵੇ ਤਾਂ ਉਹ ਨਹੀਂ ਜਾਂਦਾ ਹੈਗਾ, ਸਮਨ ਹੋਣ ਦੇ ਬਾਵਜੂਦ ਵੀ ਨਹੀਂ ਜਾਂਦਾ, ਤਾਂ ਉਸ ਵਿਅਕਤੀ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਕੀਤਾ ਜਾ ਸਕਦਾ ਹੈ। ਜਿਵੇਂ ਕਿ ਐਗਜ਼ਾਮਪਲ ਪੜ੍ਹ ਲਓ, ਇੱਕ A being legally bound to appear before a judge, district judge as a witness ਦੇ ਤੌਰ ਤੇ ਕਿਸੇ ਜੱਜ ਨੇ ਬੁਲਾਇਆ, ਡਿਸਟ੍ਰਿਕਟ ਜੱਜ ਨੇ ਬੁਲਾਇਆ ਹੈ ਕਿਸੇ ਵਿਅਕਤੀ ਨੂੰ in obedience to summon issued by the district judge, intentionally omits to appear, ਜਾਣਬੁੱਝ ਕੇ ਨਹੀਂ ਜਾਂਦਾ ਕੋਰਟ ਦੇ ਵਿੱਚ, he has committed the offence defined in this section, ਇਸ ਸੈਕਸ਼ਨ ਦੇ ਤਹਿਤ ਉਸ ਨੂੰ ਜਿਹੜੀ ਹੈਗੀ ਹੈ ਸਜ਼ਾ ਕੀਤੀ ਜਾ ਸਕਦੀ ਹੈ। ਨੈਕਸਟ ਹੈਗਾ Section 175, omission to produce document or electronic record to public servant by person legally bound to produce। ਕੋਈ ਕਰਮਚਾਰੀ ਹੈਗਾ, ਉਹਦੀ ਕਸਟਡੀ ਦੇ ਵਿੱਚ ਕੋਈ ਰਿਕਾਰਡ ਹੁੰਦਾ ਹੈ, ਠੀਕ ਹੈ, ਉਸ ਨੂੰ ਕਿਸੇ ਆਫੀਸਰ ਨੇ ਸੰਮਨ ਭੇਜ ਕੇ ਬੁਲਾਇਆ ਹੈਗਾ ਕੋਈ ਡਾਕੂਮੈਂਟ ਪੇਸ਼ ਕਰਨ ਦੀ ਖਾਤਰ ਜਾਂ ਕੋਈ ਇਲੈਕਟ੍ਰੋਨਿਕ ਰਿਕਾਰਡ ਪੇਸ਼ ਕਰਨ ਦੀ ਖਾਤਰ, ਠੀਕ ਹੈ ਜੀ, ਪਰ ਉਹ ਓਮਿਟ ਕਰਦਾ ਹੈ, ਓਮਿਸ਼ਨ ਕਰਦਾ ਹੈ, ਜਾਂਦਾ ਨਹੀਂ ਹੈਗਾ। ऐसे ਜਿਹੜਾ ਵਿਅਕਤੀ ਹੈਗਾ, ਜਿਹੜਾ ਕੋਈ ਉਸ ਨੂੰ ਨੋਟਿਸ ਵੀ ਮਿਲ ਗਿਆ, ਸਭ ਕੁਝ ਹੋ ਗਿਆ, ਠੀਕ ਹੈ, shall be punished with simply imprisonment for a term which may extend to 1 month, 1 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, 500 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਪਰ ਜੇਕਰ ਇਹ ਜਿਹੜਾ ਸੰਮਨ ਸੀਗਾ ਉਹਨੂੰ ਬੁਲਾਇਆ ਗਿਆ ਸੀ, ਕਿਸੇ ਅਦਾਲਤ ਨੇ ਬੁਲਾਇਆ ਗਿਆ ਹੋਵੇ, or if the document or electronic record is to be produced or delivered up to a court of justice, ਜੇ ਅਦਾਲਤ ਨੇ ਸੰਮਨ ਭੇਜਿਆ ਸੀਗਾ, ਉਹ ਡਾਕੂਮੈਂਟ ਲੈ ਕੇ ਨਹੀਂ ਗਿਆ ਅਦਾਲਤ ਦੇ ਵਿੱਚ, ਇਲੈਕਟ੍ਰੋਨਿਕ ਰਿਕਾਰਡ ਲੈ ਕੇ ਅਦਾਲਤ 'ਚ ਨਹੀਂ ਪਹੁੰਚਦਾ ਹੈਗਾ, ਤਾਂ ਜਿਹੜੀ ਉਹਨੂੰ ਸਜ਼ਾ ਹੈਗੀ ਹੈ ਉਹ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਫਾਈਨ ਵੀ ਕੀਤਾ ਜਾ ਸਕਦਾ ਹੈ। ਨੈਕਸਟ ਹੈਗਾ 176, omission to give notice or information to public servant by person legally bound to give it। ਜਿਵੇਂ ਕਿ ਕਿਸੇ ਆਫਿਸ ਦੇ ਵਿੱਚ ਕਿਸੇ ਦੀ ਡਿਊਟੀ ਲੱਗੀ ਹੁੰਦੀ ਹੈ, ਜਾਂ ਕਿਸੇ ਚੌਕੀਦਾਰ ਦੀ ਗੱਲ ਕਰ ਲਈ ਆਪਾਂ, ਰਾਤ ਨੂੰ ਚੌਕੀਦਾਰ ਡਿਊਟੀ ਦਿੰਦੇ ਆ, ਜਾਂ ਕੋਈ ਹੋਰ ਵਿਅਕਤੀ ਹੈਗਾ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਆਪਦੇ ਆਫੀਸਰ ਨੂੰ ਇਨਫੋਰਮੇਸ਼ਨ ਦੇਣ ਦੀ, ਆਪਣੇ ਆਫੀਸਰ ਨੂੰ ਕੋਈ ਇਨਫੋਰਮੇਸ਼ਨ ਦੇਣ ਦੇ ਲਈ ਜਿਹੜਾ ਬਾਉਂਡ ਹੁੰਦਾ ਕੋਈ ਇੰਪਲਾਈ, ਮੇਬੀ ਕਲਾਸ 4 ਹੋਵੇ, ਮੇਬੀ ਚੌਕੀਦਾਰ ਹੋਵੇ, ਮੇਬੀ ਕੋਈ ਹੋਰ ਕਲਾਸ 3 ਆਫੀਸਰ ਇੰਪਲਾਈ ਹੋਵੇ, ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਕੋਈ ਜੇ ਉਹਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹ ਆਪਦੀ ਜਿਹੜੀ ਇਨਫੋਰਮੇਸ਼ਨ ਹੈ ਆਪਦੇ ਉੱਚ ਅਧਿਕਾਰੀ ਨੂੰ ਦੇਵੇ। ਪਰ ਜੇਕਰ ਕੋਈ 176 ਦੇ ਵਿੱਚ ਹੈਗਾ ਓਮਿਸ਼ਨ ਟੂ ਗਿਵ ਨੋਟਿਸ, ਓਮਿਸ਼ਨ ਕਰਦਾ ਹੈ ਮਤਲਬ ਕਿ ਦਿੰਦਾ ਨਹੀਂ, ਨਾ ਤਲਾਹ ਦਿੰਦਾ ਹੈ, ਨਾ ਇਨਫੋਰਮੇਸ਼ਨ ਦਿੰਦਾ ਹੈ ਪਬਲਿਕ ਸਰਵੈਂਟ, ਔਰ ਇਨਫੋਰਮੇਸ਼ਨ ਟੂ ਏ ਪਬਲਿਕ ਸਰਵੈਂਟ, ਕਿਸੇ ਗਵਰਨਮੈਂਟ ਇੰਪਲਾਈ ਨੂੰ ਜਾਂ ਅਧਿਕਾਰੀ ਨੂੰ ਜਿੱਥੇ ਉਹ ਲੀਗਲੀ ਬਾਉਂਡ ਹੈਗਾ ਇਨਫੋਰਮੇਸ਼ਨ ਦੇਣ ਦਾ, ਨਹੀਂ ਦਿੰਦਾ ਹੈਗਾ ਇਨਫੋਰਮੇਸ਼ਨ, ਤਾਂ ਐਸਾ ਵਿਅਕਤੀ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਇਨਫੋਰਮੇਸ਼ਨ ਦੇਣ ਦੀ, ਉਹ ਇਨਫੋਰਮੇਸ਼ਨ ਨਹੀਂ ਦਿੰਦਾ, ਠੀਕ ਹੈ, ਤਾਂ ਉਹਨੂੰ ਵੀ ਜਿਹੜੀ ਕੀ ਹੈਗਾ 1 ਮਹੀਨੇ ਤੱਕ ਦੀ ਜਿਹੜੀ ਸਜ਼ਾ ਕੀਤੀ ਜਾ ਸਕਦੀ ਹੈ ਤੇ ਨਾਲ ਹੀ 500 ਰੁਪਏ ਤੱਕ ਦਾ ਫਾਈਨ ਕੀਤਾ ਜਾ ਸਕਦਾ ਹੈ। ਇਹਦਾ ਸੈਕੰਡ ਪੈਰੇ 'ਚ ਕੀ ਕਿਹਾ ਗਿਆ, if the notice or information required to be given respects the commission of an offence, ਜੇਕਰ ਕਿਸੇ ਇੰਪਲਾਈ ਨੂੰ ਜਾਂ ਕਿਸੇ ਜਿਹੜਾ ਬਾਉਂਡ ਵਿਅਕਤੀ ਹੈਗਾ ਉਹਨੂੰ ਇਹ ਪਤਾ ਲੱਗ ਗਿਆ ਵੀ ਕੋਈ ਕਮਿਸ਼ਨ, ਕੋਈ ਅਫੈਂਸ, ਕੋਈ ਜੁਰਮ ਕਰਨ ਦੀ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ, ਠੀਕ ਹੈ, ਉਹਦੀ ਇਨਫੋਰਮੇਸ਼ਨ ਦੇਣਾ ਉਹਦੀ ਜ਼ਿੰਮੇਵਾਰੀ ਬਣਦੀ ਹੈ, ਪਰ ਉਹ ਨਹੀਂ ਦਿੰਦਾ ਹੈਗਾ ਜਾਣਬੁੱਝ ਕੇ, ਤਾਂ ਉਸ ਵਿਅਕਤੀ ਨੂੰ ਜਿਹੜਾ ਹੈਗਾ ਫਾਈਨ ਹੈ, ਜੁਰਮਾਨਾ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਵੀ ਹੋ ਸਕਦਾ ਹੈ, ਵਿਚ ਮੇ ਐਕਸਟੈਂਡ ਟੂ 1000 ਰੁਪੀਜ਼। फिर की हैगा थर्ड पेज की कहेगा, if the notice or information required to be given is required by an order passed under subsection 1 section 565 CRPC ਦੇ ਤਹਿਤ ਕੋਈ ਵਿਅਕਤੀ ਜਿਹੜਾ ਬਾਉਂਡ ਹੈਗਾ ਇਨਫੋਰਮੇਸ਼ਨ ਦੇਣ ਦਾ, ਤਾਂ ਉਹ ਜਿਹੜੀ ਹੈਗਾ ਨਹੀਂ ਇਨਫੋਰਮੇਸ਼ਨ ਦਿੰਦਾ ਤਾਂ ਵੀ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਕੀਤਾ ਜਾ ਸਕਦਾ। नेक्स्ट सेक्शन है 177, फर्निशिंग फाल्स इन्फॉर्मेशन। देखो ऊपरला पैरा ਆਪਾਂ ਪੜਿਆ ਸੀਗਾ 176 ਵੀ ਇਨਫੋਰਮੇਸ਼ਨ ਨਹੀਂ ਦਿੰਦਾ ਹੈਗਾ, ਇਹ 177 ਚ ਹੈਗਾ ਫਰਨਿਸ਼ਿੰਗ ਫਾਲਸ ਇਨਫੋਰਮੇਸ਼ਨ, ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਪਰ ਜਾਣਬੁੱਝ ਕੇ ਫਾਲਸ ਦਿੱਤੀ ਜਾ ਰਹੀ ਹੈ। ਕੋਈ ਵਿਅਕਤੀ ਜਿਹੜਾ ਲੀਗਲੀ ਬਾਉਂਡ ਹੈਗਾ ਆਪਣੇ ਆਫੀਸਰ ਨੂੰ, ਆਪਣੇ ਕਿਸੇ ਵੀ ਪਬਲਿਕ ਸਰਵੈਂਟ ਨੂੰ ਇਨਫੋਰਮੇਸ਼ਨ ਦੇਣ ਦੇ ਲਈ ਬਾਉਂਡ ਹੈਗਾ, ਪਰ ਉਹ ਇਨਫੋਰਮੇਸ਼ਨ ਫਾਲਸ ਦਿੰਦਾ ਜਾਣਬੁੱਝ ਕੇ, ਕਿਸੇ ਹੋਰ ਨੂੰ ਫਾਇਦਾ ਕਰਾਉਣ ਦੀ ਖਾਤਰ, ਕਿਸੇ ਹੋਰ ਦਾ ਨੁਕਸਾਨ ਕਰਨ ਦੀ ਖਾਤਰ, ਠੀਕ ਹੈ,
ਫਾਲਸ ਇਨਫੋਰਮੇਸ਼ਨ ਦਿੰਦਾ ਹੈ, ਜਿਹੜਾ ਫਾਲਸ ਇਨਫੋਰਮੇਸ਼ਨ ਐਸਾ ਵਿਅਕਤੀ ਕੋਈ ਦਿੰਦਾ ਹੈਗਾ ਤਾਂ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 1000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਨੇ। ਫਿਰ ਨੈਕਸਟ ਪੈਰੇ 'ਚ ਕੀ ਕਿਹਾ ਗਿਆ, ਇਫ ਦਾ ਇਨਫੋਰਮੇਸ਼ਨ ਵਿਚ ਹੀ ਇਜ਼ ਲੀਗਲੀ ਬਾਉਂਡ ਟੂ ਗਿਵ, ਜੇ ਇਦਾਂ ਦੀ ਇਨਫੋਰਮੇਸ਼ਨ ਹੈ ਜਿਹਦੇ ਤੇ ਕੋਈ ਅਫੈਂਸ ਕਮਿਟ ਹੋਣਾ ਜਾ ਰਿਹਾ ਹੈ, ਕੋਈ ਅਫੈਂਸ ਕਮਿਟ ਹੋਣ ਜਾ ਰਿਹਾ ਹੈ, ਡਰ ਹੈ, ਐਪਰੀਹੈਂਸ਼ਨ ਹੈ, ਠੀਕ ਹੈ ਵੀ ਕੋਈ ਕ੍ਰਾਈਮ ਕਮਿਟ ਹੋਵੇਗਾ, ਪਰ ਫਿਰ ਵੀ ਉਹ ਇਨਫੋਰਮੇਸ਼ਨ ਗਲਤ ਦੇ ਦਿੰਦਾ ਹੈ, ਐਸੀ ਇਨਫੋਰਮੇਸ਼ਨ ਦਿੰਦਾ ਤਾਂ ਕ੍ਰਾਈਮ ਕਮਿਟ ਹੋਵੇ, ਠੀਕ ਹੈ ਜੀ। ਤਾਂ ਐਸੇ ਵਿਅਕਤੀ ਨੂੰ ਜਿਹੜਾ ਗਲਤ ਇਨਫੋਰਮੇਸ਼ਨ ਦਿੰਦਾ ਹੈ ਜਿਹੜੀ ਕ੍ਰਾਈਮ ਦੇ ਨਾਲ ਸੰਬੰਧਿਤ ਹੋਵੇ ਤਾਂ ਉਸ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ, ਤਾਂ ਦੋਨੋਂ ਵੀ ਹੋ ਸਕਦਾ ਹੈ। ਜਿਵੇਂ ਕਿ ਇੱਕ ਐਗਜ਼ਾਮਪਲ ਲੈ ਲਓ, ਇਹ ਲੈਂਡ ਹੋਲਡਰ ਕੋਈ ਜ਼ਮੀਨ ਦਾ ਮਾਲਕ ਹੈਗਾ, ਘਰ ਦਾ ਮਾਲਕ ਹੈ, ਚਾਹੇ ਕਿਸੇ ਖੇਤ ਦਾ ਮਾਲਕ ਹੈ, ਨੋਇੰਗ the commission of a murder within the limits of his estate will lawfully misinforms the magistrate। ਕਿਸੇ ਮਰਡਰ ਦੀ ਕੋਈ ਸਾਜ਼ਿਸ਼ ਰਚੀ ਗਈ ਹੈ ਤੇ ਮੈਜਿਸਟ੍ਰੇਟ ਕੋਲ ਜਾ ਕੇ ਉਹ ਝੂਠਾ ਬਿਆਨ ਦਿੰਦਾ ਹੈ that the death has been occurred by the accident, ਕੋਈ ਡੈਥ ਹੋ ਜਾਂਦੀ ਹੈ, ਕੋਈ ਮਰਡਰ ਕਿਸੇ ਵਿਅਕਤੀ ਦਾ ਹੋ ਜਾਂਦਾ ਹੈ ਤਾਂ ਉਹ ਕਹਿੰਦਾ ਜਾ ਕੇ ਇਨਫੋਰਮੇਸ਼ਨ ਤਾਂ ਦੇ ਦਿੰਦਾ ਹੈ ਪਰ ਕਹਿੰਦਾ ਨਾਲ ਇਹ ਤਾਂ ਜੀ ਸੱਪ ਨੇ ਕੱਟ ਲਿਆ ਸੂ ਤਾਂ, ਠੀਕ ਹੈ, is guilty of the offence defined in this section। ਤਾਂ ਉਹ ਇਸ ਸੈਕਸ਼ਨ ਦੇ ਤਹਿਤ ਜਿਹੜਾ ਹੈਗਾ ਉਹਨੇ ਜਿਹੜੀ ਇਨਫੋਰਮੇਸ਼ਨ ਗਲਤ ਦਿੱਤੀ ਹੈ ਤਾਂ ਉਹ ਜਿਹੜਾ ਹੈਗਾ ਉਹਨੂੰ ਸਜ਼ਾ ਕੀਤੀ ਜਾ ਸਕਦੀ ਹੈ। ਨੈਕਸਟ ਹੈ ਸੈਕਸ਼ਨ 178 ਰਿਫਿਊਜ਼ਿੰਗ ਓਥ। ਜਿਵੇਂ ਕਿ ਆਪਾਂ ਕਈ ਵਾਰੀ ਦੇਖਦੇ ਹਾਂ ਕੋਰਟਾਂ 'ਚ ਜਾ ਕੇ ਜਾਂ ਕਿਸੇ ਵੀ ਕਚਹਿਰੀ 'ਚ, ਚਾਹੇ ਉਹ ਐਗਜ਼ੈਕਟਿਵ ਦੀ ਹੋਵੇ ਚਾਹੇ ਜੁਡੀਸ਼ੀਅਲ ਦੀ ਹੋਵੇ, ਠੀਕ ਹੈ, ਜਿੱਥੇ ਅਗੇ ਓਥ ਦੀ ਗੱਲ ਕੀਤੀ ਜਾਂਦੀ ਹੈ। ਰਿਫਿਊਜ਼ਿੰਗ ਓਥ ਔਰ ਅਫਰਮੇਸ਼ਨ ਵੈਨ ਡਿਊਲੀ ਰਿਕੁਆਇਰਡ ਬਾਈ ਪਬਲਿਕ ਸਰਵੈਂਟ ਟੂ ਮੇਕ ਇਟ। ਜਦੋਂ ਓਥ ਲੈਣੀ ਹੁੰਦੀ ਹੈ ਕੋਈ ਬੰਦਾ ਓਥ ਲੈਣ ਤੋਂ ਰਿਫਿਊਜ਼ ਕਰ ਦਿੰਦਾ ਹੈ, whoever refuses to bind himself by an oath to state the truth, ਵੀ ਮੈਂ ਸੱਚ ਕਹਾਂਗਾ, ਕੋਈ ਗੱਲ ਛੁਪਾ ਕੇ ਨਹੀਂ ਰੱਖਾਂਗਾ, ਮੈਂ required so to bind himself by public servant। ਕੋਈ ਪਬਲਿਕ ਸਰਵੈਂਟ ਹੈਗਾ ਉਹ ਲੀਗਲੀ ਕੰਪੀਟੈਂਟ ਹੈ ਓਥ ਲੈਣ ਦੇ ਲਈ, ਕਿਸੇ ਵਿਅਕਤੀ ਦੀ ਸਟੇਟਮੈਂਟ ਲੈਣ ਤੋਂ ਪਹਿਲਾਂ, ਬਿਆਨ ਲੈਣ ਤੋਂ ਪਹਿਲਾਂ ਕੋਈ ਪਬਲਿਕ ਸਰਵੈਂਟ ਹੈਗਾ, ਕੋਈ ਗਵਰਨਮੈਂਟ ਆਫੀਸਰ ਹੈਗਾ, ਉਹ ਓਥ ਲੈ ਸਕਦਾ ਹੈ, ਉਹਦੇ ਕੋਲ ਲੀਗਲੀ ਤੌਰ ਤੇ ਓਥ ਲੈਣ ਦਾ ਅਧਿਕਾਰ ਹੈਗਾ, ਠੀਕ ਹੈ। ਪਰ ਦੂਜਾ ਵਿਅਕਤੀ ਜਿਹਨੇ ਓਥ ਦੇਣੀ ਹੈ ਜਾਂ ਜਿਹਨੇ ਸਟੇਟਮੈਂਟ ਦੇਣੀ ਹੈ ਉਹ ਓਥ ਲੈਣ ਤੋਂ ਇਨਕਾਰ ਕਰਦਾ ਹੈ, ਜੇ ਉਹ ਇਨਕਾਰ ਕਰਦਾ ਹੈ ਤਾਂ ਸ਼ੈਲ ਬੀ ਪਨਿਸ਼ਡ ਵਿਦ ਸਿੰਪਲ ਇੰਪ੍ਰਿਜ਼ਨਮੈਂਟ ਫॉर ਅ ਟਰਮ ਆਫ 6 ਮੰਥ, ਤਾਂ 6 ਮਹੀਨੇ ਤੱਕ ਦੀ ਜਿਹੜੀ ਹੈਗੀ ਆ ਉਹ ਸਜ਼ਾ ਉਹਨੂੰ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ। 179 ਰਿਫਿਊਜ਼ਿੰਗ ਟੂ ਆਨਸਰ ਪਬਲਿਕ ਸਰਵੈਂਟ ਅਥੋਰਾਈਜ਼ਡ ਟੂ ਕੁਐਸਚਨ। ਕੋਈ ਪਬਲਿਕ ਆਫੀਸਰ ਹੈ, ਕੋਈ ਪਬਲਿਕ ਸਰਵੈਂਟ ਹੈਗਾ, ਕਿਸੇ ਵਿਅਕਤੀ ਨੂੰ ਕੁਐਸਚਨ ਕਰ ਸਕਦਾ ਹੈ, ਲੀਗਲੀ ਤੌਰ ਤੇ ਕੰਪੀਟੈਂਟ ਹੈਗਾ ਕੁਐਸਚਨ ਕਰਨ ਦਾ, ਤੇ ਜਿਸ ਵਿਅਕਤੀ ਨੂੰ ਉਹ ਕੁਐਸਚਨ ਕਰ ਰਿਹਾ ਹੈ ਉਹ ਲੀਗਲੀ ਤੌਰ ਤੇ ਬਾਉਂਡ ਹੈਗਾ ਆਨਸਰ ਦੇਣ ਦਾ, ਔਰ ਉਹ ਆਨਸਰ ਦੇਣ ਤੋਂ ਇਨਕਾਰ ਕਰਦਾ ਹੈ। ਜਿਹੜਾ ਵਿਅਕਤੀ ਇਨਕਾਰ ਕਰਦਾ ਹੈ ਉਹ ਵੀ ਉਸ ਨੂੰ ਜਿਹੜੀ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਕੀਤਾ ਜਾ ਸਕਦਾ 1000 ਰੁਪਏ ਤੱਕ ਦਾ, ਤੇ ਦੋਨੋਂ ਵੀ ਹੋ ਸਕਦੇ। ਨੈਕਸਟ 180 ਰਿਫਿਊਜ਼ਿੰਗ ਟੂ ਸਾਈਨ ਸਟੇਟਮੈਂਟ। ਹੁਣ ਕਿਸੇ ਵਿਅਕਤੀ ਨੇ ਸਟੇਟਮੈਂਟ ਤਾਂ ਦੇਤੀ ਕਿਸੇ ਪਬਲਿਕ ਸਰਵੈਂਟ ਦੇ ਅੱਗੇ, ਪਬਲਿਕ ਸਰਵੈਂਟ ਅੱਗੇ ਸਟੇਟਮੈਂਟ ਦੇਤੀ, ਲਿਖ ਲਈ, ਉਹਨੇ ਆਪ ਲਿਖ ਲਈ ਪਬਲਿਕ ਸਰਵੈਂਟ ਨੇ, ਜਾਂ ਉਸਨੇ ਕਿਸੇ ਆਪਣੇ ਸਟੈਂਡ ਤੋਂ ਲਿਖਵਾ ਲਈ, ਠੀਕ ਹੈ, ਸਟੇਟਮੈਂਟ ਕਿਸੇ ਵਿਅਕਤੀ ਦੀ, ਪਰ ਸਟੇਟਮੈਂਟ ਦੇ ਉੱਪਰ ਸਾਈਨ ਨਹੀਂ ਕਰਦਾ ਵਿਅਕਤੀ, ਰਿਫਿਊਜ਼ ਕਰਦਾ, ਮੈਂ ਸਾਈਨ ਨਹੀਂ ਕਰਦਾ ਹੈਗਾ, ਠੀਕ ਹੈ, ਤਾਂ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 3 ਮੰਥ 3 ਮਹੀਨੇ ਤੱਕ ਦੀ ਸਜ਼ਾ ਤੇ 500 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹੈਗੇ। ਦੇਖੋ ਸਾਰੀਆਂ ਗੱਲਾਂ 'ਚ ਥੋੜਾ ਫਰਕ ਹੈ, ਥੋੜਾ ਕਿਤੇ ਨੋਟਿਸ ਦੇਣ ਤੋਂ ਇਨਕਾਰੀ ਕਰਦਾ ਹੈ, ਕਿਤੇ ਨੋਟਿਸ ਲੈ ਲੈਂਦਾ ਹੈ, ਨੋਟਿਸ ਲੈਣ ਤੋਂ ਬਾਅਦ ਜਾਂਦਾ ਨਹੀਂ, ਜਾਂ ਫਿਰ ਕਿਤੇ ਸਟੇਟਮੈਂਟ ਮੰਗੀ ਜਾਂਦੀ ਹੈ ਸਟੇਟਮੈਂਟ ਦਿੰਦਾ ਨਹੀਂ, ਜਾਂ ਕਿਤੇ ਸਟੇਟਮੈਂਟ ਝੂਠੀ ਦੇ ਦਿੰਦਾ ਹੈ, ਠੀਕ ਹੈ, ਜਾਂ ਸਟੇਟਮੈਂਟ ਦੇਤੀ ਸਾਈਨ ਨਹੀਂ ਕਰਦਾ। ਇਹ ਸਾਰੇ ਮਤਲਬ ਜਿਹੜੇ ਹੈਗੇ ਅਫੈਂਸ ਮੰਨੇ ਜਾਂਦੇ ਹੈ। ਰਿਫਿਊਜ਼ਿੰਗ 181 'ਚ ਕੀ ਕਹੇਗਾ, ਫਾਲਸ ਸਟੇਟਮੈਂਟ ਔਨ ਓਥ। ਉਹ ਦੇਖੋ ਓਥ ਵੀ ਲੈ ਲਈ, ਸਹੁੰ ਵੀ ਚੁੱਕ ਲਈ, ਕਿਸੇ ਪਬਲਿਕ ਸਰਵੈਂਟ ਨੇ ਕਿਸੇ ਵਿਅਕਤੀ ਤੋਂ ਸਟੇਟਮੈਂਟ ਲੈਣੀ ਹੈ, ਸਹੁੰ ਚੁਕਵਾ ਕੇ ਸਟੇਟਮੈਂਟ ਲੈਣੀ ਹੈ,
ठीक है, सौं भी चुकली, स्टेटमेंट भी देती, पर स्टेटमेंट जानबूझ के गलत देती। गलत क्यों देती? किसी होर ਦਾ ਨੁਕਸਾਨ ਕਰਨ ਦੀ ਖਾਤਰ, ਕਿਸੇ ਹੋਰ ਨੂੰ ਫਾਇਦਾ ਕਰਨ ਦੀ ਖਾਤਰ ਗਲਤ ਸਟੇਟਮੈਂਟ ਦਿੱਤੀ। ਸਾਬਤ ਹੋ ਗਿਆ ਵੀ ਸਟੇਟਮੈਂਟ ਗਲਤ ਹੈਗੀ ਹੈ। ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਆਫ 3 ਇਅਰਸ, ਤਾਂ 3 ਸਾਲ ਤੱਕ ਦੀ ਜਿਹੜੀ ਸਜ਼ਾ ਉਸ ਵਿਅਕਤੀ ਨੂੰ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਵੀ ਹੋ ਸਕਦਾ ਹੈਗਾ ਗਲਤ ਸਟੇਟਮੈਂਟ ਦੇਣ ਦੀ ਖਾਤਰ। ਉੱਪਰ ਗਲਤ ਸਟੇਟਮੈਂਟ ਦੀ ਗੱਲ ਕੀਤੀ ਗਈ ਹੈ, ਇਹ ਗਲਤ ਇਨਫੋਰਮੇਸ਼ਨ ਦੀ ਗੱਲ ਆ ਗਈ ਅੱਗੇ 182 ਦੇ ਵਿੱਚ। ਫਾਲਸ ਇਨਫੋਰਮੇਸ਼ਨ ਵਿਦ ਇੰਟੈਂਟ ਟੂ ਕਾਜ਼ public servant to use his lawful power to the injury of another person। ਜਿਹੜਾ ਪਬਲਿਕ ਸਰਵੈਂਟ ਕੋਲੇ ਕੋਈ ਅਧਿਕਾਰ ਹੈਗਾ, ਠੀਕ ਹੈ, ਉਹ ਆਪਣੇ ਅਧਿਕਾਰ ਦੀ ਵਰਤੋਂ ਕਰ ਰਿਹਾ ਹੈ, ਉਹਨੂੰ ਫਾਲਸ ਇਨਫੋਰਮੇਸ਼ਨ ਦੇ ਕੇ ਕਿਸੇ ਹੋਰ ਦਾ ਨੁਕਸਾਨ ਕਰਨ ਦੇ ਲਈ ਜਦੋਂ ਕੋਈ ਇਦਾਂ ਦੀ ਇਨਫੋਰਮੇਸ਼ਨ, ਫਾਲਸ ਇਨਫੋਰਮੇਸ਼ਨ ਦਿੰਦਾ ਹੈ, ਠੀਕ ਹੈ, ਤਾਂ ਐਸੇ ਵਿਅਕਤੀ ਨੂੰ shall be punished with imprisonment for a term which may extend to 6 months। ਜਿਹੜਾ ਫਾਲਸ ਇਨਫੋਰਮੇਸ਼ਨ ਦਿੰਦਾ ਹੈ ਕਿਸੇ ਪਬਲਿਕ ਸਰਵੈਂਟ ਨੂੰ ਕਿਸੇ ਦੂਜੇ ਦਾ ਨੁਕਸਾਨ ਕਰਨ ਦੀ ਖਾਤਰ, ਤਾਂ ਉਸ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। Section 183, resistance to the taking of property by the lawful authority of a public servant। कोई प्रॉपर्टी है, किसी lawfully authorized officer कोई हैगा, authorized public servant हैगा, उन्हें लेनी है, ठीक है, उन्होंने resist करता है, रोकता है कोई व्यक्ति, resistance रुकावट पाता है to taking of the property ਲੈਣ ਦੇ ਵਿੱਚ कोई रुकावट पा रहा हैगा कोई व्यक्ति, ਜਦੋਂ ਕਿ ਉਹ ਜਿਹੜਾ ਵਿਅਕਤੀ ਹੈਗਾ ਪਬਲਿਕ ਸਰਵੈਂਟ ਹੈਗਾ, ਉਹਦਾ ਕਾਨੂੰਨੀ ਤੌਰ ਤੇ ਅਧਿਕਾਰ ਹੈਗਾ, ਉਹ ਪ੍ਰਾਪਰਟੀ ਲੈ ਸਕਦਾ ਹੈ, ਪਰ ਉਹਨੂੰ ਲੈ ਨਹੀਂ ਦਿੰਦਾ ਹੈਗਾ ਕੋਈ ਦੂਜਾ ਬੰਦਾ, ਠੀਕ ਹੈ। ਜਿਹੜਾ ਬੰਦਾ ਲੈਣ ਨਹੀਂ ਦਿੰਦਾ ਹੈਗਾ, ਉਹਨੂੰ ਜਿਹੜੀ ਸਜ਼ਾ ਹੈਗੀ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ 1000 ਰੁਪਏ ਤੱਕ 1000 ਰੁਪਏ ਤੱਕ ਦਾ ਫਾਈਨ ਜਾਂ ਦੋਨੋਂ ਹੋ ਸਕਦੇ ਹੈ। ਨੈਕਸਟ ਹੈ ਸੈਕਸ਼ਨ 184, obstructing sale of property offered for sale by authority of public servant। ਕੋਈ ਪਬਲਿਕ ਸਰਵੈਂਟ, ਜਿਵੇਂ ਕਿ ਆਪਾਂ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਗੋ ਹਲਕਾ ਦੇਖ ਲਈਏ ਵੀ ਉਹ ਕੋਈ ਕਿਸੇ ਜ਼ਮੀਨ ਦੀ ਕੋਈ ਬੋਲੀ ਕਰਨ ਵਾਸਤੇ ਜਾ ਰਹੇ ਨੇ, ਗਏ ਹੈ ਕਿਸੇ ਪ੍ਰੋਪਰਟੀ ਦੀ ਬੋਲੀ ਕਰਨ ਵਾਸਤੇ ਗਏ ਆ, ਆਕਸ਼ਨ ਕਰਨ ਲਈ ਗਏ ਆ, ਉਹਨਾਂ ਨੂੰ ਕੋਈ ਅਬਸਟ੍ਰਕਟ ਕਰਦਾ, ਰੁਕਾਵਟ ਪਾਉਂਦਾ ਉਹਦੇ ਕੰਮ ਦੇ ਵਿੱਚ, ਠੀਕ ਹੈ। obstructing ਕਰਨਾ ਮਤਲਬ ਕਿ ਰੁਕਾਵਟਾਂ ਕ੍ਰੀਏਟ ਕਰਨੀਆਂ, ਡਾਇਰੈਕਟਲੀ ਤੌਰ ਤੇ ਰੋਕਣਾ ਨਹੀਂ, obstruct ਕਰਨਾ, ਤਾਂ ਉਹ ਐਸੇ ਵਿਅਕਤੀ ਨੂੰ ਜਿਹੜੀ ਹੈਗੀ ਹੈ ਉਹਨੂੰ ਵੀ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ, ਕਿੰਨੀ 1 ਮੰਥ ਤੱਕ ਦੀ, ਨਾਲ ਹੀ ਫਾਈਨ 500 ਰੁਪਏ ਤੱਕ ਦਾ ਦੋਨੋਂ ਵੀ ਹੋ ਸਕਦੇ ਹੈ। 185 ਚ ਕੀ ਹੈ, ਇਲੀਗਲ ਪਰਚੇਜ਼ ਔਰ ਬਿਡ ਫॉर द प्रॉपर्टी ऑफर्ड फॉर सेल बाय द अथॉरिटी ऑफ पब्लिक सर्वेंट। कोई पब्लिक सर्वेंट है, कोई ऑक्शन करने वास्ते गया हैगा, किसी जमीन की बोली करने वास्ते गया हैगा, कोई व्यक्ति इलीगल परचेज कर लेंदा ਜਦੋਂ ਕਿ ਕਾਨੂੰਨੀ ਤੌਰ ਤੇ ਪਰਚੇਜ ਕਰਨ ਦੇ ਲਈ ਉਹ ਕਾਬਲ ਨਹੀਂ ਹੈਗਾ, ਕਾਨੂੰਨੀ ਤੌਰ ਤੇ ਪਰਚੇਜ ਕਰਨ ਦੇ ਲਈ ਉਹ ਕੰਪੀਟੈਂਟ ਨਹੀਂ ਹੈਗਾ, ਠੀਕ ਹੈ। ਕਾਨੂੰਨ ਨੇ ਉਹਨੂੰ ਰੋਕਿਆ ਹੋਇਆ ਵੀ ਤੂੰ ਪਰਚੇਜ ਨਹੀਂ ਕਰ ਸਕਦਾ, ਜਿਵੇਂ ਕਿ ਆਪਾਂ ਕਹਿੰਦੇ ਡਿਗਰੀ ਹੋਲਡਰ ਹੈ, ਮਤਲਬ ਕਿ ਬੋਲੀ ਨਹੀਂ ਦੇ ਸਕਦਾ, ਫਿਰ ਵੀ ਉਹ ਕਿਸੇ ਢੰਗ ਤਰੀਕੇ ਦੇ ਰਾਹੀਂ, ਗਲਤ ਤਰੀਕੇ ਦੇ ਰਾਹੀਂ ਜਿਹੜੀ ਬੋਲੀ ਦੇ ਕੇ ਇਲੀਗਲ ਪਰਚੇਜ ਕਰ ਲੈਂਦਾ ਹੈ, ਜਾਂ ਬਿਡ ਗਲਤ ਤਰੀਕੇ ਨਾਲ ਦੇ ਦਿੰਦਾ ਆਪਣੇ ਬਿਹਾਫ ਤੇ, ਆਪਣੇ ਪਰਿਵਾਰ ਦੇ ਲਈ ਕਿਸੇ ਹੋਰ ਦੇ ਨਾਮ ਤੋਂ ਇੱਦਾਂ ਦਾ ਕੋਈ ਨਾ ਕੋਈ ਬਣਾ ਕੇ ਉਹ ਇਲੀਗਲ ਪਰਚੇਜ ਕਰ ਲੈਂਦਾ ਹੈਗਾ, ਤਾਂ ਐਸਾ ਵਿਅਕਤੀ ਨੂੰ ਜਿਹੜੀ ਹੈਗੀ ਆ 1 ਮੰਥ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਜੁਰਮਾਨਾ ਵੀ 200 ਰੁਪਏ ਤੱਕ ਦਾ ਹੋ ਸਕਦਾ, ਦੋਨੋਂ ਵੀ ਹੋ ਸਕਦੇ ਹੈਗੇ। 186 ਕੀ ਕਿਹਾ ਗਿਆ, obstructing ਪਬਲਿਕ ਸਰਵੈਂਟ ਇਨ ਡਿਸਚਾਰਜ ਆਫ ਪਬਲਿਕ ਫੰਕਸ਼ਨਸ। ਕੋਈ ਪਬਲਿਕ ਫੰਕਸ਼ਨ ਕਰਨ ਦੇ ਲਈ ਕੋਈ ਪਬਲਿਕ ਸਰਵੈਂਟ ਹੈਗਾ, ਉਹਦੀ ਜ਼ਿੰਮੇਵਾਰੀ ਹੈ, ਉਹ ਆਪਣੀ ਡਿਊਟੀ ਨਿਭਾ ਰਿਹਾ ਹੈਗਾ, ਉਹਦੇ ਕੰਮ ਦੇ ਵਿੱਚ ਕੋਈ ਰੁਕਾਵਟਾਂ ਪਾਉਣੀਆਂ, obstructing ਕਰਨਾ, ਉਸਨੂੰ ਉਹਦੇ ਕੰਮ 'ਚ ਕੋਈ ਰੁਕਾਵਟਾਂ ਪਾਉਣੀਆਂ, ਨਿਸ਼ਾਨਦੇਹੀ ਕਰਨ ਜਾ ਰਹੇ ਹੋ, ਕੁਛ ਹੋਰ ਕੰਮ ਕਰਨ ਲਈ ਜਾ ਰਹੇ ਹੋ, ਜਾਂ ਕੋਈ ਡਿਊਟੀ ਬੰਦਾ ਆਪਣੇ ਦਫ਼ਤਰ 'ਚ ਬੈਠੇ ਕੋਈ ਡਿਊਟੀ ਕਰ ਰਿਹਾ, ਆ ਕੇ ਕੋਈ ਉਹਦੇ 'ਚ ਦਖਲਅੰਦਾਜ਼ੀ ਕਰਨ ਲੱਗ ਜਾਵੇ, ਠੀਕ ਹੈ, ਤੇ ਉਹਦੇ 'ਚ obstructing ਕਰੇ ਉਹਦੇ ਕੰਮਕਾਰ ਦੇ ਵਿੱਚ, ਤਾਂ ਐਸੇ ਵਿਅਕਤੀ ਨੂੰ 3 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ 500 ਰੁਪਏ ਤੱਕ ਦਾ, ਤੇ ਜੁਰਮਾਨਾ ਵੀ, ਨਾਲ ਦੋਨੋਂ ਵੀ ਹੋ ਸਕਦੇ ਹੈ। नेक्स्ट है सेक्शन 187, omission to assist public servant when bound by law to give assistance। पब्लिक सर्वेंट ਹੁੰਦੇ ਆ
ਕਈ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹਨਾਂ ਦੀ ਹੈਲਪ ਕਰਨੀ ਮੌਕੇ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ, ਪਰ ਜਿਹੜੇ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਉਹਦੀ ਹੈਲਪ ਕਰਨੀ ਉਹ ਨਹੀਂ ਕਰਦਾ ਹੈਗਾ, ਓਮਿਸ਼ਨ ਕਰਦਾ ਹੈ, ਮਤਲਬ ਅਮਿਟ ਕਰਦਾ ਹੈ, ਨਹੀਂ ਕਰਦਾ ਹੈਗਾ। ਓਮਿਸ਼ਨ ਟੂ ਅਸਿਸਟ ਪਬਲਿਕ ਸਰਵੈਂਟ ਨੂੰ ਉਹਨੇ ਹੈਲਪ ਕਰਨੀ ਸੀਗੀ ਪਰ ਉਹ ਹੈਲਪ ਨਹੀਂ ਕਰਦਾ। ਪਬਲਿਕ ਸਰਵੈਂਟ ਹੈ ਜਿਹੜਾ ਬਾਉਂਡ ਹੈ ਬਾਈ ਲਾਅ ਟੂ ਗਿਵ ਅਸਿਸਟੈਂਸ, ਉਹ ਵਿਅਕਤੀ ਵੀ ਬਾਉਂਡ ਹੈ ਬਾਈ ਲਾਅ ਟੂ ਗਿਵ ਅਸਿਸਟੈਂਸ। ਜਿਵੇਂ ਕੋਈ ਬੰਦਾ ਭੱਜ ਕੇ ਜਾ ਰਿਹਾ, ਕਿਸੇ ਪੁਲਿਸ ਨੇ ਫੜਿਆ ਹੈਗਾ, ਨਾਲ ਬੰਦਾ ਕੋਈ ਖੜਾ ਹੈਗਾ, ਕਿਸੇ ਅਫੈਂਡਰ ਨੂੰ ਫੜਨ ਦੀ ਖਾਤਰ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਕਿਸੇ ਪੁਲਿਸ ਆਫੀਸਰ ਦੀ ਉਹ ਹੈਲਪ ਕਰੇ, ਇਹ ਲੀਗਲੀ ਤੌਰ ਤੇ ਉਹਦੀ ਬਾਉਂਡ ਹੋ ਜਾਂਦਾ ਹੈਗਾ, ਪਰ ਉਹ ਨਹੀਂ ਕਰਦਾ ਜਾਣਬੁੱਝ ਕੇ। ਕਿਉਂ ਨਹੀਂ ਕਰਦਾ? ਵੀ ਉਹ ਭੱਜ ਜਾਵੇ, ਠੀਕ ਹੈ। ਐਦਾਂ ਦਾ ਕੋਈ ਵਿਅਕਤੀ ਜਦੋਂ ਕੋਈ ਓਮਿਸ਼ਨ ਕਰਦਾ ਹੈਗਾ, ਠੀਕ ਹੈ, ਉਹਨੂੰ ਜਿਹੜੀ ਹੈਗੀ ਹੈ 1 ਮੰਥ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ, ਮੇ ਐਕਸਟੈਂਡ ਟੂ 1 ਮੰਥ ਵਿਦ ਫਾਈਨ। ਆਪਦੇ ਹੈਲਪ ਨਾ ਕਰਨ ਵਾਲੇ ਵਿਅਕਤੀ ਨੂੰ 1 ਮੰਥ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 200 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਪਰ ਦੂਜੀ ਗੱਲ ਇਹ ਵੀ ਕੀ ਹੈ ਨਾਲ, ਐਂਡ ਇਫ ਸੱਚ ਅਸਿਸਟੈਂਸ ਵੀ ਡਿਮਾਂਡਡ of him by public servant legally competent to make such demand। ਕੋਈ ਪਬਲਿਕ ਸਰਵੈਂਟ ਡਿਮਾਂਡ ਵੀ ਕਰਦਾ ਕਿਸੇ ਵਿਅਕਤੀ ਤੋਂ ਮੇਰੀ ਹੈਲਪ ਕਰ, ਪਹਿਲੇ ਕੇਸ 'ਚ ਉਹਨੇ ਡਿਮਾਂਡ ਨਹੀਂ ਕੀਤੀ, ਉਹਦੀ ਜ਼ਿੰਮੇਵਾਰੀ ਬਣਦੀ ਸੀਗੀ ਹੈਲਪ ਕਰਨੀ, ਉਹਨੇ ਨਹੀਂ ਕੀਤੀ ਹੈਗੀ, ਇਸ ਕਰਕੇ ਜਿਹੜੀ ਹੈਗੀ ਆ ਫਾਈਨ ਜਿਹੜੀ ਸਜ਼ਾ ਹੈਗੀ 1 ਮਹੀਨੇ ਤੱਕ ਦੀ ਹੈਗੀ ਹੈ। ਦੂਜੇ ਕੇਸ ਦੇ ਵਿੱਚ ਕੀ ਕਿਹਾ ਗਿਆ? ਪਬਲਿਕ ਸਰਵੈਂਟ ਨੇ ਡਿਮਾਂਡ ਕੀਤੀ ਨਾਲ ਖੜੇ ਵਿਅਕਤੀ ਨੂੰ ਮੇਰੀ ਹੈਲਪ ਕਰਵਾ ਕੇ, ਕਾਹਦੇ ਲਈ? ਕੋਈ ਦੰਗੇ ਫੈਲ ਰਹੇ ਨੇ, ਕੋਈ ਰਾਈਟਿੰਗ ਹੋ ਰਹੀ ਹੈ, ਕੋਈ ਅਫਰੇ ਹੋ ਰਹੀ ਹੈ, ਬੰਦੇ ਆਪਸ ਵਿੱਚ ਲੜ ਰਹੇ ਨੇ, ਕਿਸੇ ਪਬਲਿਕ ਸਥਾਨ ਦੇ ਉੱਪਰ ਲੜ ਰਹੇ ਨੇ, ਡਰ ਹੈਗਾ, ਐਪਰੀਹੈਂਸ਼ਨ ਹੈ, ਪਰਸਨ ਚਾਰਜਡ ਵਿਦ ਦ ਗਿਲਟੀ ਆਫ ਐਨ ਅਫੈਂਸ, ਕੋਈ ਬੰਦਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਕੜਿਆ ਹੋਇਆ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਸ਼ੈਲ ਬੀ ਪਨਿਸ਼ਡ। ਫਿਰ ਪੁਲਿਸ ਆਫੀਸਰ ਨੇ, ਕਿਸੇ ਵਿਅਕਤੀ ਨੇ ਹੈਲਪ ਮੰਗੀ ਹੈ ਕਿਸੇ ਨਾਲ ਦੇ ਬੰਦੇ ਤੋਂ, ਖੜੇ ਤੋਂ, ਠੀਕ ਹੈ, ਉਹ ਹੈਲਪ ਨਹੀਂ ਕਰਦਾ, ਤਾਂ ਐਸੇ ਵਿਅਕਤੀ ਨੂੰ ਜਿਹੜਾ ਹੈਲਪ ਨਹੀਂ ਕਰਦਾ ਮੰਗਣ ਦੇ ਬਾਵਜੂਦ ਵੀ ਲੀਗਲੀ ਬਾਉਂਡ ਵੀ ਹੈਗਾ ਹੈਲਪ ਦੇਣ ਦੇ, ਤੇ ਜਿਹੜਾ ਬੰਦਾ ਹੈਲਪ ਮੰਗ ਰਿਹਾ ਉਹ ਵੀ ਲੀਗਲੀ ਬਾਉਂਡ, ਲੀਗਲੀ ਕੰਪੀਟੈਂਟ ਹੈ ਹੈਲਪ ਲੈਣ ਦੇ, ਤਾਂ ਫਿਰ ਐਸੇ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਉਹ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ 500 ਰੁਪਏ ਤੱਕ ਦਾ ਫਾਈਨ, ਔਰ ਦੋਨੋਂ ਵੀ ਹੋ ਸਕਦੇ ਹੈਗੇ। Section 188 disobedience to order duly promulgated by the public servant। disobedience ਕਰਦਾ ਹੈਗਾ to order duly promulgated by the public servant। promulgate ਕਿਸੇ ਅਫਸਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਸੇ ਆਰਡਰ ਨੂੰ ਲਾਗੂ ਕਰਨਾ, ਪਰ ਦੂਜਾ ਵਿਅਕਤੀ ਕੋਈ ਡਿਸਓਬੇ ਕਰਦਾ ਹੈ, ਉਸਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ, ਠੀਕ ਹੈ। ਪਬਲਿਕ ਸਰਵੈਂਟ ਕੋਲੇ ਆਰਡਰ ਹੈਗਾ, ਕਿਸੇ ਆਰਡਰ ਨੂੰ ਲਾਗੂ ਕਰਨਾ ਹੈ, ਡਿਸਓਬੀਡੀਐਂਸ ਕਰਦਾ ਦੂਜਾ ਵਿਅਕਤੀ, ਹੁਕਮ ਦੀ ਪਾਲਣਾ ਨਹੀਂ ਕਰਦਾ, he is directed to abstain from the certain act or to take certain order with certain property in his possession or under his management, disobey such direction। ਕੋਈ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ ਕਿਸੇ ਪਬਲਿਕ ਸਰਵੈਂਟ ਵੱਲੋਂ, ਉਹ ਡਾਇਰੈਕਸ਼ਨ ਦੀ ਪਾਲਣਾ ਨਹੀਂ ਕਰਦਾ, ਤਾਂ ਫਿਰ ਕੀ ਹੈਗਾ, ਉਸ ਵਿਅਕਤੀ ਨੂੰ ਵੀ punished with simple imprisonment or a term which may extend to 1 month, ਠੀਕ ਹੈ, 1 ਮਹੀਨੇ ਤੱਕ ਦੀ ਉਹਨੂੰ ਸਜ਼ਾ ਹੋ ਸਕਦੀ ਹੈ, ਤਾਂ 200 ਰੁਪਏ ਤੱਕ ਦਾ ਫਾਈਨ ਵੀ ਕੀਤਾ ਜਾ ਸਕਦਾ ਹੈ। ਪਰ ਤੀਜੇ ਪੈਰੇ 'ਚ ਕੀ ਕਿਹਾ ਗਿਆ ਹੈ? ਐਂਡ ਇਫ ਸੱਚ ਡਿਸਓਬੀਡੀਐਂਸ ਕਾਜ਼ਸ ਔਰ ਟ੍ਰੈਂਡਸ ਟੂ ਦਾ ਕਾਜ਼ ਆਫ ਡੇਂਜਰ ਟੂ ਹਿਊਮਨ ਲਾਈਫ, ਹੈਲਥ ਔਰ ਸੇਫਟੀ, ਪਰ ਜੇ ਉਹਦੇ ਹੁਕਮ ਦੀ ਪਾਲਣਾ ਨਾ ਕਰਨ ਦੇ ਕਰਕੇ ਦੰਗੇ ਫੈਲ ਸਕਦੇ ਹੋਣ, ਦੂਜਾ ਬੰਦਾ ਡਿਸਓਬੇ ਕਰਦਾ, ਉਹਦੀ ਹੁਕਮ ਦੀ ਪਾਲਣਾ ਨਹੀਂ ਕਰਦਾ ਹੈਗਾ, ਉਲਟਾ ਦੰਗੇ ਫੈਲ ਜਾਂਦੇ ਨੇ, ਠੀਕ ਹੈ, ਲੜਾਈ ਝਗੜਾ ਹੋ ਜਾਂਦਾ ਹੈ, ਲੜਾਈ ਝਗੜਾ ਹੋਣ ਦਾ ਖਤਰਾ ਹੋ ਜਾਂਦਾ ਹੈ, ਹਿਊਮਨ ਲਾਈਫ ਨੂੰ ਡੇਂਜਰ ਹੋ ਜਾਂਦਾ ਹੈ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਆ ਉਸ ਵਿਅਕਤੀ ਨੂੰ ਜਿਹੜਾ ਡਿਸਓਬੇ ਕਰਦਾ ਹੈਗਾ ਹੁਕਮ ਨੂੰ, ਤਾਂ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ 1000 ਰੁਪਏ ਤੱਕ ਦਾ। An order is promulgated by public servant lawfully empowered to promulgate such order directing that a religious procession shall not pass down a certain street। ਕੋਈ ਆਫੀਸਰ ਕਹਿੰਦਾ ਵੀ ਜਿਹੜਾ ਕੋਈ ਰਿਲੀਜੀਅਸ ਪ੍ਰੋਸੈਸ਼ਨ ਜਾ ਰਿਹਾ ਹੈ, ਠੀਕ ਹੈ, ਉਹ ਇਸ ਗਲੀ ਵਿੱਚੋਂ ਨਾ ਜਾਵੇ। ਜਿਵੇਂ ਕਿ ਕੋਈ ਪ੍ਰੋਸੈਸ਼ਨ ਕਰਨ ਦੇ ਲਈ ਪਰਮਿਸ਼ਨ ਲਈ ਜਾਂਦੀ ਹੈ ਪਹਿਲਾਂ ਐਗਜ਼ੈਕਟਿਵ ਮੈਜਿਸਟ੍ਰੇਟ ਤੋਂ, ਐਸਡੀਐਮ ਤੋਂ ਜਾਂ ਕਲੈਕਟਰ ਤੋਂ, ਡਿਸਟ੍ਰਿਕਟ ਮੈਜਿਸਟ੍ਰੇਟ ਤੋਂ, ਜਦੋਂ ਪਰਮਿਸ਼ਨ ਲਈ ਜਾਂਦੀ ਹੈ ਉਸ ਪਰਮਿਸ਼ਨ ਆਰਡਰ ਦੇ ਵਿੱਚ ਇਹ ਆਰਡਰ ਕੀਤਾ ਜਾਂਦਾ ਹੈ ਵੀ ਤੁਹਾਨੂੰ ਪਰਮਿਸ਼ਨ ਤਾਂ ਦਿੱਤੀ ਜਾਂਦੀ ਹੈ, ਪਰ ਨਾਲ ਹੀ ਕੰਡੀਸ਼ਨ ਲਗਾਈ ਜਾਂਦੀ ਹੈ ਵੀ ਤੁਸੀਂ ਇਸ ਪਾਸੇ ਨਹੀਂ ਜਾਣਾ ਹੈਗਾ, ਇਸ ਸਟਰੀਟ ਦੇ ਵਿੱਚ ਨਹੀਂ ਜਾਣਾ ਹੈਗਾ। ਫਿਰ ਇਹ ਨੋਇੰਗਲੀ ਡਿਸਓਬੇਜ਼ ਦਾ ਆਰਡਰ, ਜਿਸਨੇ ਪਰਮਿਸ਼ਨ ਲਈ ਸੀਗੀ ਉਹ ਫਿਰ ਵੀ ਜਾਣਬੁੱਝ ਕੇ, ਜਿਹੜਾ ਉਹਨਾਂ ਦਾ ਕੋਈ ਨੇਤਾ ਹੈਗਾ, ਜਾਣਬੁੱਝ ਕੇ
ठीक है, ਜਿਹੜਾ ਪ੍ਰੋਸੈਸ਼ਨ ਨੂੰ ਉਹ ਕਰ ਰਿਹਾ ਹੈਗਾ, ਲੈ ਕੇ ਜਾ ਰਿਹਾ ਹੈ, ਤਾਂ ਉਹ ਜਾਣਬੁੱਝ ਕੇ ਫਿਰ ਉਸੇ ਸਟਰੀਟ ਦੇ ਵਿੱਚ ਫਿਰ ਲੰਘਦਾ ਹੈਗਾ, ਜਿਸ ਦੇ ਕਾਰਨ ਕੀ ਹੁੰਦਾ ਹੈ, ਐਂਡ देयर बाय ਕਾਜ਼ਸ ਡੇਂਜਰ ਆਫ ਰਾਈਟਸ, ਉਹਦੇ ਅੱਗੇ ਫੈਲਣ ਦਾ ਖਤਰਾ ਹੈਗਾ। ਠੀਕ ਹੈ, ਹੀ ਹੈਜ਼ ਕਮਿਟਡ ਦਾ ਅਫੈਂਸ ਡਿਫਾਈਨਡ ਇਨ ਦਿਸ ਸੈਕਸ਼ਨ। ਤਾਂ ਜਿਹੜਾ ਉਹ ਵਿਅਕਤੀ ਹੈਗਾ 188 ਦੇ ਤਹਿਤ ਜਿਹੜਾ ਹੈਗਾ ਉਹ ਪਨਿਸ਼ਮੈਂਟ ਨੂੰ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 189, ਥ੍ਰੈਟ ਆਫ ਇੰਜਰੀ ਟੂ ਪਬਲਿਕ ਸਰਵੈਂਟ। ਥ੍ਰੈਟ ਆਫ ਇੰਜਰੀ ਟੂ ਪਬਲਿਕ ਸਰਵੈਂਟ, ਕੋਈ ਵਿਅਕਤੀ ਥ੍ਰੈਟ ਕਰਦਾ ਕਿਸੇ ਪਬਲਿਕ ਸਰਵੈਂਟ ਨੂੰ, ਡਰਾਉਂਦਾ ਧਮਕਾਉਂਦਾ ਹੈਗਾ ਕਿਸੇ ਪਬਲਿਕ ਸਰਵੈਂਟ ਨੂੰ, ਮੈਂ ਤੇਰਾ ਇਹ ਨੁਕਸਾਨ ਕਰ ਦਾਂਗਾ। ਠੀਕ ਹੈ, whoever holds out any threat of an injury to the public servant, ਕੋਈ ਲਾਫੁਲੀ ਕੰਮ ਦੇ ਲਈ ਕੋਈ ਬਾਉਂਡ ਹੈਗਾ ਕਿਸੇ ਪਬਲਿਕ ਸਰਵੈਂਟ, ਉਹਨੂੰ ਕੰਮ ਕਰਨ ਤੋਂ ਰੋਕਣ ਦੇ ਲਈ, or to any person to whom he believes that public servant to be entrusted for the purpose of inducing public servant to do any act or to forbear or delay any act, ਕੋਈ ਪਬਲਿਕ ਸਰਵੈਂਟ ਲੀਗਲੀ ਤੌਰ ਤੇ ਬਾਉਂਡ ਹੈ ਕੋਈ ਕੰਮ ਕਰਨ ਦੇ ਲਈ, ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਡਰਾ ਧਮਕਾ ਕੇ, ਜਾਂ ਉਹਨੂੰ ਡਿਲੇ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਾਂ ਕਹਿੰਦਾ ਵੀ ਤੂੰ ਨਾ ਕਰ ਰਹੇ, ਨਹੀਂ ਤਾਂ ਮੈਂ ਤੇਰਾ ਨੁਕਸਾਨ ਕਰ ਦਾਂਗਾ। ਠੀਕ ਹੈ, ਇੱਦਾਂ ਦਾ ਦਬਕਾ ਦਿੰਦਾ, ਕੋਈ ਡਰ ਪੈਦਾ ਕਰ ਦਿੰਦਾ ਕਿਸੇ ਪਬਲਿਕ ਸਰਵੈਂਟ ਦੇ ਅਗੇਂਸਟ, shall be punished with imprisonment of either deception for a period of 2 years or with fine or with both। 2 ਸਾਲ ਤੱਕ ਦੀ ਐਸੇ ਵਿਅਕਤੀ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ। वन 190 ਕੀ ਕਿਹਾ ਗਿਆ, ਥ੍ਰੈਟ ਆਫ ਇੰਜਰੀ ਟੂ ਇੰਡਿਊਸ ਪਰਸਨ to refrain from applying for protection to public servant, to refrain from applying for protection to public servant, ਕਿਸੇ ਪਬਲਿਕ ਸਰਵੈਂਟ ਨੂੰ ਪ੍ਰੋਟੈਕਸ਼ਨ ਦੇਣ ਤੋਂ ਰੋਕਦਾ ਹੈਗਾ, ਥ੍ਰੈਟ ਕਰਦਾ ਕੋਈ ਵਿਅਕਤੀ, ਇੰਡਿਊਸ ਕਰਦਾ ਕਿਸੇ ਹੋਰ ਪਰਸਨ ਨੂੰ ਵੀ ਇਹ ਜਿਹੜਾ ਪਬਲਿਕ ਸਰਵੈਂਟ ਹੈਗਾ ਇਸ ਨੂੰ ਪ੍ਰੋਟੈਕਸ਼ਨ ਨਾ ਦਿੱਤੀ ਜਾਵੇ। ਜਿਵੇਂ ਕਿ ਕੋਈ ਇੰਪਲਾਈ, ਕੋਈ ਆਫੀਸਰ ਹੈ, ਕਿਸੇ ਡਿਊਟੀ ਤੇ ਗਿਆ, ਕਿਸੇ ਪਿੰਡ ਦੇ ਵਿੱਚ ਗਿਆ ਹੈਗਾ, ਉਹਦੇ ਨਾਲ ਉਹਦਾ ਕੋਈ ਕਲਾਸ 4 ਇੰਪਲਾਈ ਹੈ ਜਾਂ ਕੋਈ ਹੋਰ ਇੰਪਲਾਈ ਉਹਦੇ ਨਾਲ ਹੈਗੇ ਆ, ਉਹਨਾਂ ਨੂੰ ਕੋਈ ਦਬਕੇ ਮਾਰਦਾ ਹੈਗਾ ਅੱਗੇ ਕੋਈ ਥਰਡ ਪਰਸਨ। ਠੀਕ ਹੈ, ਡਰਾਉਂਦਾ ਧਮਕਾਉਂਦਾ ਹੈਗਾ ਵੀ ਤੁਸੀਂ ਪਿੱਛੇ ਹੋ ਜਾਓ, ਅਸੀਂ ਇਹਦਾ ਕੋਈ ਨੁਕਸਾਨ ਕਰਨ ਦੀ ਖਾਤਰ ਕਿਸੇ ਆਫੀਸਰ ਦਾ, ਕਿਸੇ ਹੋਰ ਦਾ, ਉਹਨੂੰ ਪ੍ਰੋਟੈਕਟ ਕਰਨ ਦੇ ਤੋਂ ਤੁਸੀਂ ਪਿੱਛੇ ਹਟੋ। ਠੀਕ ਹੈ, ਉਹਨਾਂ ਵਿਅਕਤੀਆਂ ਨੂੰ ਵੀ ਪ੍ਰੋਟੈਕਟ ਕਰ, ਉਹ ਮਤਲਬ ਕਿ ਥ੍ਰੈਟ ਕਰਦਾ ਹੈਗਾ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਆਪਦੇ ਕਿਸੇ ਇੰਪਲਾਈਸ ਨੂੰ, ਕੋਈ ਗਨਮੈਨ ਹੈ ਕਿਸੇ ਆਫੀਸਰ ਦਾ, ਠੀਕ ਹੈ, ਉਸ ਗਨਮੈਨ ਨੂੰ ਵੀ ਕੋਈ ਬੰਦਾ ਡਰਾਉਂਦਾ ਧਮਕਾਉਂਦਾ ਹੈਗਾ, ਤਾਂ ਉਸ ਵਿਅਕਤੀ ਨੂੰ ਵੀ ਜਿਹੜੀ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਹੈ। ਨੈਕਸਟ ਹੈ ਚੈਪਟਰ 11। ਚੈਪਟਰ 11 ਸੰਬੰਧਿਤ ਹੈਗਾ ਫਾਲਸ ਐਵੀਡੈਂਸ। ਉੱਪਰਲੇ ਜਿਹੜੇ ਅਸੀਂ ਪੜ੍ਹਿਆ ਸੀਗਾ, ਚੈਪਟਰ 10 ਪੜ੍ਹਿਆ ਸੀਗਾ, ਉਹ ਹੋਰ ਚੀਜ਼ ਸੀਗੀ। ਠੀਕ ਹੈ, ਇਨਫੋਰਮੇਸ਼ਨ ਦੇਣੀ ਸੀ, ਨੋਟਸ ਦੇਣਾ ਸੀ, ਨੋਟਸ ਲਿਆ ਨਹੀਂ ਲਿਆ। ਠੀਕ ਹੈ, ਇਹ ਜਿਹੜਾ ਚੈਪਟਰ ਹੈਗਾ ਟੋਟਲੀ ਡਿਪੈਂਡ ਕਰਦਾ ਹੈ ਔਨ false evidence and offenses against public justice। ਉੱਪਰ ਪਬਲਿਕ ਸਰਵੈਂਟ ਦੀ ਗੱਲ ਕੀਤੀ ਗਈ ਸੀ, ਇਹ ਪਬਲਿਕ ਜਸਟਿਸ ਦੀ ਗੱਲ ਕੀਤੀ ਗਈ ਹੈ। ਫਾਲਸ ਐਵੀਡੈਂਸ ਦਿੱਤੀ ਜਾਂਦੀ ਹੈ ਜਦੋਂ, ਐਂਡ offenses against public justice, ਤੇ offense ਕੀਤੇ ਜਾਂਦੇ ਨੇ, ਫਾਲਸ ਐਵੀਡੈਂਸ ਦਿੱਤੀ ਜਾਂਦੀ ਹੈ, offense ਕੀਤੇ ਜਾਂਦੇ ਹੈ ਪਬਲਿਕ ਜਸਟਿਸ ਦੇ ਅਗੇਂਸਟ। ਉਸ ਨਾਲ ਇਹ ਜਿਹੜਾ ਹੈਗਾ ਚੈਪਟਰ ਰਿਲੇਟਡ ਹੈਗਾ। ਪਹਿਲਾ ਜਿਹੜਾ ਸੈਕਸ਼ਨ 191 ਹੈ, ਇਹ ਹੈਗੀ ਡੈਫੀਨੇਸ਼ਨ, ਗਿਵਿੰਗ ਫਾਲਸ ਐਵੀਡੈਂਸ। ਫਾਲਸ ਐਵੀਡੈਂਸ ਅਸੀਂ ਕਿਹਨੂੰ ਕਹਿੰਦੇ ਆ, ਫਾਲਸ ਐਵੀਡੈਂਸ ਕੀ ਹੁੰਦੀ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਫਾਲਸ ਐਵੀਡੈਂਸ ਕੀ ਹੁੰਦੀ ਹੈ। ਜਦੋਂ ਝੂਠੀ ਜਾ ਕੇ ਬਿਆਨ ਹੁੰਦਾ, ਕੋਈ ਝੂਠੇ ਬਿਆਨ ਕਰਦਾ ਕਿਸੇ ਕੋਰਟ 'ਚ ਜਾ ਕੇ, ਕਿਸੇ ਅਦਾਲਤ ਦੇ ਵਿੱਚ ਜਾ ਕੇ। ਠੀਕ ਹੈ, ਵਿਟਨੈਸ ਦੀ ਗੱਲ ਕੀਤੀ ਗਈ ਹੈ ਇੱਥੇ, ਐਵੀਡੈਂਸ ਦੀ ਗੱਲ ਕੀਤੀ ਗਈ ਹੈ, ਵਿਟਨੈਸ, ਫਾਲਸ ਐਵੀਡੈਂਸ। ਐਵੀਡੈਂਸ ਕੌਣ ਦਿੰਦਾ ਹੈ, ਜਿਹੜਾ ਵਿਟਨੈਸ ਹੈਗਾ। ਐਵੀਡੈਂਸ ਕਰ ਮੇ ਵੀ ਦੋਨੋਂ ਤਰਫ ਤੋਂ ਦਿੱਤੀ ਜਾ ਸਕਦੀ ਹੁੰਦੀ ਹੈ, ਪਰ ਇੱਥੇ ਜਿਹੜੀ ਹੈਗੀ ਹੈ ਫਾਲਸ ਐਵੀਡੈਂਸ ਦੀ ਡੈਫੀਨੇਸ਼ਨ ਦਿੱਤੀ ਗਈ ਹੈ। whoever being legally bound by an oath, ਜਿਹੜਾ ਵੀ ਕੋਈ ਵਿਅਕਤੀ oath ਲੈਣ ਤੋਂ ਬਾਅਦ ਲੀਗਲੀ ਤੌਰ ਤੇ ਬਾਉਂਡ ਹੋਵੇ, ਔਰ ਬਾਈ ਐਨ ਐਕਸਪ੍ਰੈਸ ਪ੍ਰੋਵੀਜ਼ਨ ਆਫ ਦਾ ਲਾਅ, ਜਾਂ ਕਾਨੂੰਨ ਦੇ ਮੁਤਾਬਕ ਸੱਚ ਬੋਲਣ ਦੇ ਲਈ ਬਾਉਂਡ ਹੋਵੇ, make a declaration, makes any statement which is false,
ਕੋਈ ਸਟੇਟਮੈਂਟ ਦੇ ਦਿੰਦਾ ਹੈ ਜਿਹੜੀ ਫਾਲਸ ਹੁੰਦੀ ਹੈ, ਉਹਨੂੰ ਪਤਾ ਵੀ ਮੈਂ ਫਾਲਸ ਐਵੀਡੈਂਸ ਦੇ ਰਿਹਾ। ਦੇਖੋ ਅਣਜਾਣੇ ਦੀ ਕੋਈ ਗੱਲ ਕਹਿਣੀ ਉਹ ਗੱਲ ਵੱਖਰੀ ਹੈਗੀ ਹੈ, ਪਰ ਜਾਣਬੁੱਝ ਕੇ ਐਂਡ ਵਿਚ ਹੀ ਆਈਦਰ ਨੋਜ਼ ਔਰ ਬਿਲੀਵਸ ਟੂ ਬੀ ਫਾਲਸ, ਜਾਂ ਤੁਹਾਨੂੰ ਪਤਾ ਹੈ ਵੀ ਹਾਂ ਮੈਂ ਫਾਲਸ ਐਵੀਡੈਂਸ ਦੇ ਰਿਹਾ, ਜਾਂ ਉਹ ਵਿਸ਼ਵਾਸ ਕਰਦਾ ਵੀ ਹਾਂ ਇਹ ਐਵੀਡੈਂਸ ਫਾਲਸ ਹੈਗੀ ਹੈ, ਔਰ ਡਜ਼ ਨਾਟ ਬਲੀਵ ਟੂ ਬੀ ਟਰੂ, ਇਹ ਵੀ ਨੂੰ ਪਤਾ ਵੀ ਇਹ ਸੱਚ ਨਹੀਂ ਹੈਗੀ, ਠੀਕ ਹੈ, ਇਜ਼ ਸੈਡ ਟੂ ਬੀ ਗਿਵ ਫਾਲਸ ਐਵੀਡੈਂਸ। ਉਹ ਅਸੀਂ ਕੀ ਕਹਾਂਗੇ, ਇਹ ਜਿਹੜੀ ਹੈਗੀ ਹੈ ਐਵੀਡੈਂਸ ਫਾਲਸ ਐਵੀਡੈਂਸ ਹੈ। Person may be guilty of giving false evidence by stating that he believes a thing which he does not believe, as well as by stating that he knows a thing which he does not know। कोई गल कहनी ਜਿਹਨੂੰ ਪਤਾ ਵੀ ਮੈਨੂੰ ਨਹੀਂ ਕਹਿਣੀ ਚਾਹੀਦੀ, ਠੀਕ ਹੈ, ਮਤਲਬ ਕਿ ਕਹਿਣ ਦਾ ਮਤਲਬ ਸਾਰਾ ਸਮਝ ਹੀ ਗਏ ਤੁਸੀਂ ਵੀ ਜਦੋਂ ਕੋਈ ਜਾਣਬੁੱਝ ਕੇ ਸਮਝਦੇ ਹੋਏ ਉਹਨੂੰ ਪਤਾ ਹੈ ਵੀ ਮੈਂ ਸਟੇਟਮੈਂਟ ਗਲਤ ਦੇ ਰਿਹਾ, ਉਹਨੂੰ ਵਿਸ਼ਵਾਸ ਹੈ ਵੀ ਹਾਂ ਇਹ ਸੱਚ ਨਹੀਂ ਹੈਗੀ, ਠੀਕ ਹੈ, ਤਾਂ ਉਹਨੂੰ ਅਸੀਂ ਫਾਲਸ ਐਵੀਡੈਂਸ ਕਹਿੰਦੇ ਹਾਂ। ਇੱਕ ਐਗਜ਼ਾਮਪਲ ਲੈ ਲਓ, A being bound by an oath to state the truth states that he believes a certain signature to be the handwriting of Z। ਹੁਣ ਪਤਾ ਹੈ ਜਿਵੇਂ ਕੋਰਟ 'ਚ ਅਸੀਂ ਜਾਂਦੇ ਹਾਂ, ਕਈ ਵਾਰੀ ਕਿਸੇ ਆਫੀਸਰ ਦੇ ਜਿਹੜੇ ਸਾਈਨ ਨੇ ਸਾਡੇ ਤੋਂ ਟੈਸਟ ਕਰਾਏ ਜਾਂਦੇ ਆ ਵੀ ਕੀ ਇਹ ਜਿਹੜੇ ਸਾਈਨ ਨੇ ਕਿਸੇ ਫਲਾਣੇ ਆਫੀਸਰ ਦੇ ਹੈਗੇ ਜਾਂ ਨਹੀਂ ਹੈਗੇ, ਜੇ ਅਸੀਂ ਪਹਿਚਾਣਦੇ ਹਾਂ, ਠੀਕ ਹੈ, ਇੱਥੇ ਮਤਲਬ ਕਿ ਇਹਨੂੰ ਪਤਾ ਹੈਗਾ A being bound by law an oath to state the truth states that he believes a certain signature to be the handwriting of Z। ਨੂੰ ਪਤਾ ਵੀ ਜਿਹੜੇ ਸਿਗਨੇਚਰ ਨੇ Z ਦੇ ਹੈਗੇ ਆ, ਕੋਈ ਇੰਪਲਾਈ ਹੈ ਕੋਰਟ ਦੇ ਵਿੱਚ ਆ ਕੇ ਬਿਆਨ ਦੇ ਰਿਹਾ ਹੈ, ਉਹਦੇ ਤੋਂ ਸਿਗਨੇਚਰਾਂ ਬਾਰੇ ਪੁੱਛਿਆ ਜਾ ਰਿਹਾ ਹੈ ਵੀ ਇਹ ਸਿਗਨੇਚਰ Z ਦੇ ਹੈਗੇ ਆ ਜਾਂ ਨਹੀਂ ਹੈਗੇ, ਉਹਨੂੰ ਪਤਾ ਵੀ ਇਹ ਸਿਗਨੇਚਰ Z ਦੇ ਹੈਗੇ ਆ। when he does not believe it to be the handwriting of Z, here A states that which he knows to be false। when he does not believe it to be the handwriting of Z, A being bound by an oath to state the truth states that he believes a certain signature to be the handwriting of Z when he does not believe it to be the handwriting of Z। ਮਤਲਬ ਕਹਿਣ ਦਾ ਭਾਵ ਇਹ ਹੈ ਉੱਥੇ ਜਾ ਕੇ ਮੁੱਕਰ ਜਾਂਦਾ ਹੈ, ਕਹਿ ਦਿੰਦਾ ਵੀ ਇਹ ਬਿਆਨ ਉਹਦੇ ਨਹੀਂ ਹੈਗੇ, ਉਹਦੇ ਸਾਈਨ ਨਹੀਂ ਹੈਗੇ, ਤਾਂ ਜਿਹੜੀ ਸਟੇਟਮੈਂਟ ਹੈ ਉਹ ਗਲਤ ਮੰਨੀ ਜਾਂਦੀ ਹੈ। ਪਤਾ ਹੋਣ ਦੇ ਬਾਵਜੂਦ ਵੀ ਅਸੀਂ ਗਲਤ ਸਟੇਟਮੈਂਟ ਦਿੰਦੇ ਹਾਂ, ਉਹ ਤਾਂ ਹੈਗੀ ਸੀ ਫਾਲਸ ਐਵੀਡੈਂਸ। ਜਦੋਂ ਅਸੀਂ ਫਾਲਸ ਐਵੀਡੈਂਸ ਦਿੰਦੇ ਹਾਂ, ਇੱਥੇ ਹੈਗਾ ਫੈਬਰੀਕੇਟਿੰਗ ਫਾਲਸ ਐਵੀਡੈਂਸ, ਕਿਸੇ ਫਾਲਸ ਐਵੀਡੈਂਸ ਨੂੰ ਫੈਬਰੀਕੇਟ ਕਰਨਾ, ਕ੍ਰੀਏਟ ਕਰਨਾ, ਬਣਾਉਣਾ, ਕੋਈ ਗਲਤ ਸਟੇਟਮੈਂਟ ਤਿਆਰ ਕਰ ਲਈ, ਕੋਈ ਗਲਤ ਰਿਕਾਰਡ ਦੇ ਵਿੱਚ ਕੋਈ ਐਂਟਰੀ ਪਾ ਲਈ, ਕੋਈ ਇਲੈਕਟ੍ਰੋਨਿਕ ਰਿਕਾਰਡ ਬਣਾਉਂਦੇ ਉਹ 'ਚ ਕੋਈ ਨਾ ਕਦੀ ਲਾਈਨ ਕ੍ਰੀਏਟ ਵੱਧ ਪਾਤੀ, ਜਿਹਦੇ ਤੋਂ ਜਿਹੜਾ ਉਹਦਾ ਮੀਨਿੰਗ ਹੈ ਚੇਂਜ ਹੋ ਜਾਂਦਾ ਹੋਵੇ, ਠੀਕ ਹੈ। ਇਹ ਉਹਦੀ ਮਤਲਬ ਕਿ ਕਿਸੇ ਡਾਕੂਮੈਂਟ ਨੂੰ ਤਿਆਰ ਕਰਨਾ, ਚਾਹੇ ਉਹ ਡਾਕੂਮੈਂਟ ਜਿਹੜਾ ਪੇਪਰ ਤੇ ਹੋਵੇ, ਚਾਹੇ ਕਿਸੇ ਇਲੈਕਟ੍ਰੋਨਿਕ ਰਿਕਾਰਡ ਤੇ ਹੋਵੇ। ਮੇ ਅਪੀਅਰ ਇਨ ਐਵੀਡੈਂਸ, ਜਦੋਂ ਪਤਾ ਹੋਵੇ ਵੀ ਇਹ ਜਿਹੜਾ ਡਾਕੂਮੈਂਟ ਹੈ ਕਿਸੇ ਕੋਰਟ ਦੇ ਵਿੱਚ ਕਿਸੇ ਐਵੀਡੈਂਸ ਵਜੋਂ ਪੇਸ਼ ਕੀਤਾ ਜਾਣਾ ਹੈ, ਠੀਕ ਹੈ, ਉਹ ਇੰਪਲਾਈ ਜਿਹੜਾ ਉਸ ਡਾਕੂਮੈਂਟ ਨੂੰ ਉਹ ਕੋਈ ਵੀ ਵਿਅਕਤੀ ਜਿਹਦਾ ਫਾਲਸ ਐਵੀਡੈਂਸ ਨੂੰ ਫੈਬਰੀਕੇਟ ਕਰਦਾ, ਤਿਆਰ ਕਰਦਾ ਹੈਗਾ, ਠੀਕ ਹੈ, ਇਸ ਨੂੰ ਜਿਹੜਾ ਕੋਈ ਇੱਦਾਂ ਦੀ ਕੋਈ ਅਮੈਂਡਮੈਂਟ ਕਰਕੇ ਕੋਈ ਜੁਡੀਸ਼ੀਅਲ ਪ੍ਰੋਸੀਡਿੰਗ ਦੇ ਵਿੱਚ ਪਤਾ ਹੈ ਵੀ ਕਿਸੇ ਸਰਵੈਂਟ ਨੇ ਬਿਫੋਰ ਏ ਪਬਲਿਕ ਸਰਵੈਂਟ ਜਾਂ ਕਿਸੇ ਕੋਰਟ ਦੇ ਵਿੱਚ ਜਾਂ ਕਿਸੇ ਆਰਬਿਟ੍ਰੇਸ਼ਨ ਦੇ ਵਿੱਚ ਕੋਈ ਮੁਕੱਦਮਾ ਚੱਲਦਾ ਪਿਆ, ਉੱਥੇ ਪੇਸ਼ ਕੀਤਾ ਜਾਣਾ ਹੈਗਾ ਕੋਈ ਡਾਕੂਮੈਂਟ, ਉਹਦੇ ਵਿੱਚ ਕੋਈ ਹੇਰਾਫੇਰੀ ਕਰਕੇ ਉਹਦੇ ਵਿੱਚ ਕੋਈ ਚੇਂਜ ਕਰਦਾ ਹੈਗਾ, ਉਸ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਫੈਬਰੀਕੇਟਿੰਗ ਜਿਹੜੀ ਹੈਗੀ ਆ ਫਾਲਸ ਐਵੀਡੈਂਸ ਕਿਸੇ ਨੇ ਤਿਆਰ ਕੀਤੀ ਹੈਗੀ ਹੈ। ਇਹ ਹੈਗੀ ਹੈ ਡੈਫੀਨੇਸ਼ਨ। ਜਿਵੇਂ ਕਿ ਆਪਾਂ ਐਗਜ਼ਾਮਪਲ ਦੇਖ ਲਓ, A puts jewels into the box belonging to Z। A ਨਾਂ ਦਾ ਕੋਈ ਵਿਅਕਤੀ ਹੈ, ਕੋਈ ਗਹਿਣੇ ਹੈਗੇ ਆ Z ਦੇ ਬਾਕਸ 'ਚ ਪਾ ਦਿੰਦਾ ਹੈ, ਜਦੋਂ ਕਿ ਗਹਿਣੇ Z ਦੇ ਨਹੀਂ ਹੁੰਦੇ ਹੈਗੇ। ਉਹਨੂੰ ਚੋਰ ਸਾਬਤ ਕਰਨ ਦੀ ਖਾਤਰ Z ਦੇ ਬਾਕਸ ਦੇ ਵਿੱਚ ਕੋਈ ਗਹਿਣੇ ਪਾ ਦਿੰਦਾ ਹੈ, ਜਿਹਨੇ ਕੋਲ ਪਹਿਲਾਂ ਦੀ ਪਾ ਕੇ ਉਹਨੇ ਇੱਕ ਤਰ੍ਹਾਂ ਦੀ ਐਵੀਡੈਂਸ ਕ੍ਰੀਏਟ ਕਰ ਦਿੱਤੀ, ਫੈਬਰੀਕੇਟ ਕਰ ਲਈ। ਜਦੋਂ ਤਲਾਸ਼ੀ ਹੋਣੀ ਹੈ, ਮਤਲਬ ਕਿ Z ਦੇ ਜਿਹੜੇ ਬਾਕਸ ਹੈ ਉਹਦੀ ਤਲਾਸ਼ੀ ਹੋਣੀ ਹੈ, ਤਾਂ ਉਹ ਜਿਹੜਾ Z ਹੈਗਾ ਉਹ ਪਕੜਿਆ ਜਾਣਾ ਵੀ ਹਾਂ ਆ ਦੇਖੋ ਤੇਰੀ ਕਸਟਡੀ ਦੇ ਵਿੱਚੋਂ ਜਿਹੜੇ ਗਹਿਣੇ ਮਿਲੇ ਹੈਗੇ ਆ, ਜਦੋਂ ਕੋਈ Z ਨੂੰ ਪਤਾ ਵੀ ਨਹੀਂ ਹੈਗਾ ਵੀ ਇਹ ਜਿਹੜਾ ਬਾਕਸ ਹੈਗਾ ਇਹ ਗਹਿਣੇ ਕਿਹਨੇ ਰੱਖ ਦਿੱਤੇ। ਐਸਾ ਵਿਅਕਤੀ ਜਿਹਨੇ ਉਹ ਗਹਿਣੇ ਰੱਖੇ ਆ, ਉਹਨੇ ਫਾਲਸ ਦੀ ਹੈਗੀ ਹੈ, ਮਤਲਬ ਕਿ
ਐਵੀਡੈਂਸ ਨੂੰ ਜਿਹੜਾ ਹੈਗਾ ਫੈਬਰੀਕੇਟ ਕਰ ਲਈ, ਕ੍ਰੀਏਟ ਕੀਤੀ ਹੈਗੀ ਹੈ। ਇਹ ਹੈਜ਼ ਫੈਬਰੀਕੇਟਡ ਫਾਲਸ ਐਵੀਡੈਂਸ। ਜਿਹਨੇ ਗਹਿਣੇ ਪਾਏ ਸੀਗੇ ਉਸਦੇ ਬਾਕਸ ਦੇ ਵਿੱਚ, ਤਾਂ ਮਤਲਬ ਕਿ ਉਹ ਦੋਸ਼ੀ ਹੈਗਾ ਫਾਲਸ ਐਵੀਡੈਂਸ ਨੂੰ ਫੈਬਰੀਕੇਟ ਕਰਨ ਦਾ। ਇਸੇ ਤਰੀਕੇ ਇੱਕ ਹੋਰ ਹੈ, ਇਹ ਮੇਕਸ ਏ ਫਾਲਸ ਐਂਟਰੀ ਇਨ ਹਿਸ ਸ਼ੌਪ ਬੁੱਕ। ਦੇਖੋ ਦੁਕਾਨ ਤੇ ਸ਼ੌਪਸ ਬੁੱਕਸ ਹੁੰਦੀਆਂ ਨੇ, ਉੱਥੇ ਰੂਟੀਨ ਦੇ ਵਿੱਚ ਜਿਹੜੀ ਹੈਗੀ, ਜਿਵੇਂ ਡੇ ਬੁੱਕ ਕਹਿ ਲਈਏ ਆਪਾਂ, ਰੂਟੀਨ ਦੇ ਵਿੱਚ ਐਂਟਰੀਆਂ ਪਾਈਆਂ ਜਾਂਦੀਆਂ ਨੇ, ਕੌਣ ਵਿਅਕਤੀ ਕੀ ਲੈ ਗਿਆ, ਕੌਣ ਵਿਅਕਤੀ ਕੀ ਦੇ ਗਿਆ, ਕੋਈ ਪੈਸੇ ਜਮ੍ਹਾਂ ਕਰਵਾ ਗਿਆ, ਕੋਈ ਪੈਸੇ ਲੈ ਗਿਆ, ਕੋਈ ਪੈਸੇ ਦੇ ਗਿਆ। ਠੀਕ ਹੈ, ਕੋਈ ਵਿਅਕਤੀ ਪੈਸੇ ਤਾਂ ਦੇ ਕੇ ਨਾ ਗਿਆ ਹੋਵੇ ਜਾਂ ਪੈਸੇ ਲੈ ਕੇ ਨਾ ਗਿਆ ਹੋਵੇ, ਜਾਂ ਮਿਲ ਕੇ ਕੋਈ ਐਂਟਰੀ ਪਾ ਦੇਣੀ ਉਹਦੇ ਵਿੱਚ। ਰੂਟੀਨ ਜਿਹੜਾ ਵਰਕ ਹੈਗਾ, ਰੂਟੀਨ ਵਰਕ ਨੂੰ ਜਿਹੜਾ ਕੋਰਟ 'ਚ ਜਦੋਂ ਪੇਸ਼ ਕੀਤਾ ਜਾਂਦਾ ਤਾਂ ਉਸ ਨੂੰ ਜਸਟੀਫਾਈ ਕਰਨ ਦੀ ਲੋੜ ਘੱਟ ਪੈਂਦੀ ਹੈ। ਇਹ ਸਮਝਿਆ ਜਾਂਦਾ ਵੀ ਜਿਹੜਾ ਰੂਟੀਨ 'ਚ ਵਰਕ ਕੀਤਾ ਗਿਆ ਉਹ ਸਹੀ ਵਰਕ ਕੀਤਾ ਗਿਆ, ਉਹ ਸਹੀ ਹੈਗਾ। ਇਸੇ ਰੂਟੀਨ ਵਰਕ ਦੇ ਵਿੱਚ ਕੋਈ ਬੰਦਾ ਗਲਤ ਐਂਟਰੀ ਪਾਉਂਦਾ, ਜਾਣਬੁੱਝ ਕੇ ਪਾਉਂਦਾ, ਕੋਰਟ ਦੇ ਵਿੱਚ ਕੋਈ ਐਵੀਡੈਂਸ ਕ੍ਰੀਏਟ ਕਰਨ ਦੀ ਖਾਤਰ ਲਿਖਦਾ ਹੁੰਦਾ ਫਲਾਣਾ ਬੰਦਾ ਮੇਰੇ ਤੋਂ 1 ਲੱਖ ਰੁਪਏ ਲੈ ਗਿਆ, ਨਹੀਂ ਤੁਸੀਂ ਕੋਲ ਲੈ ਗਿਆ, ਪਰ ਲੈ ਕੇ ਉਹ ਨਹੀਂ ਗਿਆ ਹੁੰਦਾ। ਪਰ ਜਿਹੜਾ ਬੰਦਾ ਕੋਈ ਇਦਾਂ ਦੀ ਜਿਹੜੀ ਫਾਲਸ ਐਵੀਡੈਂਸ ਫੈਬਰੀਕੇਟ ਕਰਦਾ ਹੈਗਾ, ਉਹ ਇਸੇ ਡੈਫੀਨੇਸ਼ਨ 'ਚ ਆ ਜਾਂਦਾ ਹੈ। ਇਸੇ ਦੇ ਲਈ ਉਸ ਨੂੰ ਜਿਹੜੀ ਹੈਗੀ ਪੁਨਿਸ਼ਮੈਂਟ ਹੁੰਦੀ ਹੈ। ਪੁਨਿਸ਼ਮੈਂਟ ਦੱਸੀ ਗਈ ਹੈ ਆਪਣੀ ਪੈਰਾ 193 ਦੇ ਵਿੱਚ ਕਿ ਉਸ ਨੂੰ ਪੁਨਿਸ਼ਮੈਂਟ ਕਿੰਨੀ ਹੋ ਸਕਦੀ ਹੈ। ਪੁਨਿਸ਼ਮੈਂਟ ਫਾਰ ਫਾਲਸ ਐਵੀਡੈਂਸ, ਪਹਿਲਾਂ ਗੱਲ ਕੀਤੀ ਹੈ ਫਾਲਸ ਐਵੀਡੈਂਸ ਦੀ, ਫਿਰ ਆ ਗਈ ਫਾਲਸ ਫੈਬਰੀਕੇਟਿੰਗ ਦੀ। ਫੈਬਰੀਕੇਟਿੰਗ ਫਾਲਸ ਐਵੀਡੈਂਸ ਆਪਾਂ ਉੱਪਰ 191 'ਚ ਪੜ੍ਹਿਆ ਸੀਗਾ ਫਾਲਸ ਐਵੀਡੈਂਸ ਕੀ ਹੁੰਦੀ ਹੈ। ਇੱਥੇ ਅੱਗੇ ਉਹਦੀ ਪੁਨਿਸ਼ਮੈਂਟ ਦੱਸੀ ਗਈ ਹੈ ਕਿੰਨੀ ਹੁੰਦੀ ਹੈ 193 ਦੀ। ਜੁਡੀਸ਼ੀਅਲ ਪ੍ਰੋਸੀਡਿੰਗ ਦੇ ਵਿੱਚ ਜਾਣਬੁੱਝ ਕੇ ਕੋਈ ਵਿਅਕਤੀ ਜਿਹਦੀ ਫਾਲਸ ਐਵੀਡੈਂਸ ਦੇਣ ਜਾਂਦਾ ਹੈਗਾ, ਦਿੰਦਾ ਹੈ, ਜੁਡੀਸ਼ੀਅਲ ਪ੍ਰੋਸੀਡਿੰਗ ਚੱਲ ਰਹੀ ਹੋਵੇ ਕੋਈ, whoever intentionally gives false evidence in any stage of a judicial proceeding or fabricates false evidence ਜਾਂ false evidence fabricate ਵੀ ਕਰ ਲੈਂਦਾ ਹੈਗਾ। ਠੀਕ ਹੈ, ਅਜਿਹੇ ਕੇਸ shall be punished with imprisonment of either subscription for a term which may be 7 years। ਤਾਂ ਐਸੇ ਵਿਅਕਤੀ ਨੂੰ ਜਿਹੜਾ false evidence ਦਿੰਦਾ ਹੈ ਕਿਸੇ ਕੋਰਟ ਦੇ ਵਿੱਚ ਜਾਂ ਫੈਬਰੀਕੇਟ ਕਰਦਾ ਹੈ, 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਨੂੰ। ਫਿਰ ਕੀ ਹੈ ਦੂਸਰੇ ਕੇਸ ਦੇ ਵਿੱਚ ਕੀ ਕਿਹਾ ਗਿਆ, and whoever intentionally gives or fabricates false evidence in any other case, ਕੋਰਟ ਤੋਂ ਇਲਾਵਾ, ਉੱਪਰ ਤਾਂ ਗੱਲ ਕੀਤੀ ਹੈ ਪਹਿਲੇ ਜੀ ਅਦਾਲਤ ਦੀ, ਕੋਰਟ ਦੀ, ਜੇ ਕੋਰਟ ਤੋਂ ਇਲਾਵਾ ਬਾਹਰ ਕਿਸੇ ਹੋਰ ਵਿਅਕਤੀ ਦੇ ਅੱਗੇ, ਕਿਸੇ ਹੋਰ ਆਫੀਸਰ ਦੇ ਅੱਗੇ ਕੋਈ ਫਾਲਸ ਐਵੀਡੈਂਸ ਦਿੰਦਾ ਹੈਗਾ, ਠੀਕ ਹੈ, ਜਿਹੜਾ ਕੰਪੀਟੈਂਟ ਆਫੀਸਰ ਹੈਗਾ ਉਸ ਦੇ ਕੋਲੇ ਜਾ ਕੇ ਕੋਈ ਫਾਲਸ ਐਵੀਡੈਂਸ ਦਿੰਦਾ ਜਾਂ ਫੈਬਰੀਕੇਟ ਕਰਦਾ ਹੈ, ਤਾਂ ਉੱਥੇ ਜਿਹੜੀ ਸਜ਼ਾ ਹੈਗੀ ਆ ਉਹ ਘੱਟ ਕੇ 7 ਸਾਲ ਦੀ ਜਗ੍ਹਾ 3 ਸਾਲ ਦੀ ਸਜ਼ਾ ਹੋ ਜਾਂਦੀ ਹੈ, ਤੇ ਨਾਲ ਹੀ ਉਹਨੂੰ ਫਾਈਨ ਵੀ ਹੋ ਸਕਦਾ ਹੈ। ਜਿਵੇਂ ਕਿ ਐਗਜ਼ਾਮਪਲ ਦੇਖ ਲਓ, A in an inquiry before a magistrate, ਕਿਸੇ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਕੋਈ ਇਨਕੁਆਇਰੀ ਚੱਲ ਰਹੀ ਹੈ for the purpose of ascertaining whether judge are to be committed for trial, makes on oath a statement which he knows to be false in ਜੱਜ ਦੇ ਖਿਲਾਫ ਕੋਈ ਮੁਕੱਦਮਾ ਚੱਲਦਾ ਹੈ, ਇਹ ਜਾ ਕੇ ਉੱਥੇ ਸਟੇਟਮੈਂਟ ਦਿੰਦਾ ਹੈ ਕੋਰਟ ਦੇ ਵਿੱਚ। As this inquiry is a stage of judicial proceeding, it has given false evidence। ਜੁਡੀਸ਼ੀਅਲ ਪ੍ਰੋਸੀਡਿੰਗ ਦੀ ਇਨਕੁਆਇਰੀ ਚੱਲ ਰਹੀ ਹੈ ਮੈਜਿਸਟ੍ਰੇਟ ਦੇ ਅੱਗੇ, ਤਾਂ ਜੇ ਕੋਈ ਫਾਲਸ ਐਵੀਡੈਂਸ ਇਹ ਨੇ ਦਿੱਤੀ ਹੈ ਤਾਂ ਉਹ 7 ਸਾਲ ਤੱਕ ਦੀ ਉਹਨੂੰ ਸਜ਼ਾ ਹੋ ਸਕਦੀ ਹੈ। ਇੱਕ ਐਗਜ਼ਾਮਪਲ ਹੋਰ ਦੇਖ ਲਓ ਇਹਦੇ ਵਿੱਚ, A in an inquiry before an officer deputed by a court of justice, ਕਿਸੇ ਅਦਾਲਤ ਨੇ ਕਿਸੇ ਆਫੀਸਰ ਦੀ ਡਿਊਟੀ ਲਗਾਈ ਹੈ, ਉਹਨੇ ਕੋਈ ਇਨਕੁਆਇਰੀ ਕਰਨੀ ਹੈ, ਠੀਕ ਹੈ, to ascertain on the spot boundaries of the land, ਕਿਸੇ ਖੇਤ ਦੀ, ਕਿਸੇ ਜਗ੍ਹਾ ਦੀ ਜਿਹੜੀ ਬਾਉਂਡਰੀਜ਼ ਹੈਗੀ ਹੈ, ਕਿਸੇ ਲੈਂਡ ਦੀ ਬਾਉਂਡਰੀਜ਼ ਨੂੰ ਚੈੱਕ ਕਰਨ ਦੀ ਖਾਤਰ ਸਪੌਟ ਵਿਜ਼ਿਟ ਕੀਤੀ ਹੈ ਕਿਸੇ ਆਫੀਸਰ ਨੇ ਐਜ਼ ਪਰ ਦਾ ਆਰਡਰਸ ਆਫ ਦਾ ਜੁਡੀਸ਼ੀਅਲ ਕੋਰਟ ਆਫ ਜਸਟਿਸ, ਠੀਕ ਹੈ। ਉੱਥੇ ਮੇਕਸ ਐਨ ਓਥ, ਉੱਥੇ ਉਹਨੂੰ ਓਥ ਲੈਣ ਦਾ ਅਧਿਕਾਰ ਹੈਗਾ। ਮੇਕਸ ਐਨ ਓਥ ਏ ਸਟੇਟਮੈਂਟ ਵਿਚ ਹੀ ਨੋਜ਼ ਟੂ ਬੀ ਫਾਲਸ, ਕੋਈ ਵਿਅਕਤੀ ਗਲਤ ਸਟੇਟਮੈਂਟ ਦਿੰਦਾ ਹੈ, ਜਾਣਬੁੱਝ ਕੇ ਗਲਤ ਸਟੇਟਮੈਂਟ ਦਿੰਦਾ ਹੈ, ਓਥ ਲੈ ਕੇ ਸਟੇਟਮੈਂਟ ਦਿੰਦਾ ਹੈ। As this inquiry is a stage of judicial proceeding, it has false evidence and punishable। ਇਸ ਕੇਸ ਦੇ ਵਿੱਚ ਅਸੀਂ ਇਹ ਕਹਾਂਗੇ ਵੀ ਇਹ ਸਟੇਟਮੈਂਟ ਦਿੱਤੀ ਹੈ ਕਿਸੇ ਤਹਿਸੀਲਦਾਰ ਦੇ ਕੇ ਦਿੱਤੀ ਹੈ ਜਾਂ ਕਿਸੇ ਹੋਰ ਆਫੀਸਰ ਦੇ ਕੇ ਦਿੱਤੀ ਹੈ, ਉੱਥੇ ਉਹਨੂੰ ਸਜ਼ਾ 3 ਸਾਲ ਦੀ ਹੋਵੇਗੀ, ਪਰ ਨਹੀਂ, ਕਿਉਂਕਿ ਇਹ ਜਿਹੜੀ ਇਨਕੁਆਇਰੀ ਕੀਤੀ ਜਾ ਰਹੀ ਸੀ ਇਹ ਕੋਰਟ ਦੇ ਆਰਡਰ ਰਾਹੀਂ ਕੀਤੀ ਜਾ ਰਹੀ ਸੀਗੀ, ਕੋਰਟ ਆਫ ਜਸਟਿਸ ਦੇ ਆਰਡਰ ਰਾਹੀਂ ਕੀਤੀ ਜਾ ਰਹੀ ਸੀਗੀ, ਤੇ ਜਿਹੜੀ ਇਹ ਇਨਕੁਆਇਰੀ ਮੰਨੀ ਜਾਏਗੀ, ਜੁਡੀਸ਼ੀਅਲ ਪ੍ਰੋਸੀਡਿੰਗ ਮੰਨੀ ਜਾਏਗੀ ਇਸਨੂੰ, ਵੀ ਜੁਡੀਸ਼ੀਅਲ ਪ੍ਰੋਸੀਡਿੰਗ ਦੇ ਵਿੱਚ ਉਸ ਵਿਅਕਤੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਰੌਂਗ ਸਟੇਟਮੈਂਟ ਦਿੱਤੀ ਹੈ, ਇਸ ਕਰਕੇ ਜਿਹੜਾ ਉਹਨੂੰ ਜਿਹੜੀ ਸਜ਼ਾ ਹੋ ਸਕਦੀ ਹੈ
ਪਹਿਲੇ ਕੇਸ ਦੀ ਤਰ੍ਹਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਯਾਨੀ ਕਿ ਉਹ 3 ਸਾਲ ਦੀ ਸਜ਼ਾ ਦੇ ਵਿੱਚ ਨਹੀਂ ਆਏਗਾ, 7 ਸਾਲ ਦੇ ਕੇਸ ਦੇ ਵਿੱਚ ਆਏਗਾ ਪਨਿਸ਼ਮੈਂਟ ਉਹਦੀ। नेक्स्ट है सेक्शन 194, गिविंग और फैब्रिकेटिंग फॉल्स एविडेंस विद इंटेंट टू प्रोक्योर कन्विक्शन ऑफ कैपिटल ऑफेंस। कैपिटल ऑफेंस की होंदी है? कैपिटल ऑफेंस सब तो बड़ी सज़ा, सब तो बड़ी सज़ा की होंदी है? मौत की सज़ा। ठीक है, कोई व्यक्ति ऐदा दी कोई स्टेटमेंट दिंदा है, फैब्रिकेट कर रहा है, whoever gives और फैब्रिकेट फॉल्स एविडेंस, कोई गलत बयानी करता है ਜਾਂ गलत एविडेंस फैब्रिकेट कर ले तैयार कर दिंदा है, काहदे लई? एनी परसन टू बी कन्विक्टेड, ताकि दूजे व्यक्ति जिहड़ा ਉਹਨੂੰ सज़ा होवे, कितनी सज़ा हो जाए? कैपिटल की सज़ा हो सकती है, कैपिटल मतलब मौत की सज़ा हो सकती है। तो जे कोई ऐसा व्यक्ति जिस केस ਦੇ ਵਿੱਚ ਉਹ ਦੂਜੇ ਵਿਅਕਤੀ ਨੂੰ ਮੌਤ ਦੀ ਸਜ਼ਾ ਕਰਵਾਉਣ ਦੇ ਲਈ ਜਾਣਬੁੱਝ ਕੇ एविडेंस ਤਿਆਰ ਕਰਦਾ ਹੈ, फैब्रिकेट ਕਰਦਾ ਹੈਗਾ, ਤਾਂ ਐਸੇ ਵਿਅਕਤੀ ਨੂੰ ਕੀ ਹੈ? शैल बी punished with imprisonment for life। ਤਾਂ ਉਹਨੂੰ ਉਮਰ ਕੈਦ ਵੀ ਹੋ ਸਕਦੀ ਹੈ ਐਸੇ ਵਿਅਕਤੀ ਨੂੰ ਜਿਹੜਾ ਫਾਲਸ ਐਵੀਡੈਂਸ ਕ੍ਰੀਏਟ ਕਰਦਾ ਹੈਗਾ ਜਾਂ ਫਾਲਸ ਐਵੀਡੈਂਸ ਦਿੰਦਾ ਹੈਗਾ, ਜਿਹਦੇ ਵਿੱਚ ਬੰਦੇ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ। ਤਾਂ ਐਸੇ ਵਿਅਕਤੀ ਨੂੰ ਜਿਹੜਾ ਫਾਲਸ ਐਵੀਡੈਂਸ ਕ੍ਰੀਏਟ ਕਰਦਾ ਹੈ ਜਾਂ ਫਾਲਸ ਐਵੀਡੈਂਸ ਦਿੰਦਾ ਹੈ, ਉਹਨੂੰ ਉਮਰ ਕੈਦ ਵੀ ਹੋ ਸਕਦੀ ਹੈ, ਤਾਂ ਉਹਨੂੰ 10 ਸਾਲ ਤੱਕ ਦੀ ਜਿਹੜੀ ਹੈਗੀ ਹੈ ਸਖਤ ਸਜ਼ਾ ਵੀ ਹੋ ਸਕਦੀ ਹੈ, ਦੋਨੋਂ ਵੀ ਹੋ ਸਕਦੇ ਹੈਗੇ ਆ। ਪਰ ਦੂਜੀ ਕੇਸ ਦੇ ਵਿੱਚ ਕੀ ਕਿਹਾ ਗਿਆ? ਇਫ ਇਨੋਸੈਂਟ ਪਰਸਨ ਬੀ ਦੇਅਰ ਬਾਈ ਕਨਵਿਕਟਡ ਐਂਡ ਐਗਜ਼ੀਕਿਊਟਡ। ਜੇ ਕੋਈ ਇਨੋਸੈਂਟ ਪਰਸਨ ਸੀਗਾ, ਬੇਦੋਸ਼ਾ ਵਿਅਕਤੀ ਸੀਗਾ, ਫਾਲਸ ਐਵੀਡੈਂਸ ਦੇ ਕਾਰਨ ਉਹਨੂੰ ਸਜ਼ਾ ਹੋ ਗਈ, ਕਨਵਿਕਟਡ ਹੋ ਗਿਆ, ਠੀਕ ਹੈ, ਫਾਲਸ ਐਵੀਡੈਂਸ ਦੇ ਕਾਰਨ ਬੇਦੋਸ਼ਾ ਵਿਅਕਤੀ, ਇਨੋਸੈਂਟ ਪਰਸਨ ਬੀ ਦੇਅਰ ਬਾਈ ਕਨਵਿਕਟਡ ਐਂਡ ਐਗਜ਼ੀਕਿਊਟਡ ਐਂਡ ਡਿਫੈਂਡਡ, ਤਾਂ ਜਿਹੜੀ ਸਜ਼ਾ ਹੈਗੀ ਹੈ ਉਸ ਵਿਅਕਤੀ ਨੂੰ ਕਿੰਨੀ ਹੋ ਸਕਦੀ ਹੈ? punished either with death or punishment। ਜਿਵੇਂ ਕਿ ਉੱਪਰ ਦਰਸਾਈ ਗਈ ਹੈਗੀ ਹੈ, ਮੌਤ ਦੀ ਸਜ਼ਾ ਵੀ ਹੋ ਸਕਦੀ ਹੈ, ਜਿਹਦੇ ਨਾਲ ਕੀ ਹੋਇਆ ਹੋਵੇ? ਕਿਸੇ ਵਿਅਕਤੀ ਨੂੰ, ਝੂਠੇ ਕਿਸੇ ਬੇਦੋਸ਼ੀ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਹੋਵੇ। 194 ਦਾ ਪਹਿਲਾ ਪੈਰਾ, ਠੀਕ ਹੈ, ਕੋਈ ਬੇਦੋਸ਼ਾ ਵਿਅਕਤੀ ਸੀਗਾ, ਉਹਨੂੰ ਕਨਵਿਕਸ਼ਨ ਹੋ ਗਈ, ਕੈਪੀਟਲ ਕਨਵਿਕਸ਼ਨ ਹੋ ਗਈ, ਕੈਪੀਟਲ, ਤਾਂ ਐਸੇ ਵਿਅਕਤੀ ਨੂੰ ਜਿਹੜੀ ਹੈਗੀ ਆ ਉਹਨੂੰ ਮੌਤ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਦੇਖੋ ਬਹੁਤ ਵੱਡੀ ਪ੍ਰੋਵੀਜ਼ਨ ਹੈਗੀ ਹੈ ਇਹਦੇ ਵਿੱਚ, ਸੋਚਣ ਵਾਲੀ ਗੱਲ ਹੈ, ਦੇਖਣ ਵਾਲੀ ਗੱਲ ਹੈਗੀ, ਆਮ ਜਨਤਾ ਦੇ ਵਿੱਚ ਨਹੀਂ ਪਤਾ ਹੈਗਾ। ਠੀਕ ਹੈ, ਬਾਕੀ ਕੰਮ ਟਾਈਮ ਹੋ ਗਿਆ ਜੀ, ਅੱਜ ਦੀ ਕਲਾਸ ਇੱਥੇ ਖਤਮ ਕਰਾਂਗੇ। ਠੀਕ ਹੈ, ਕਿਸੇ ਦਾ ਕੋਈ ਕੁਐਸਚਨ ਹੈ ਕਰ ਸਕਦਾ ਹੈ ਜੀ। ਸਰ हाँ जी, ਹੈਲੋ ਸਰ जी ਮੈਂ ਦੂਸਰੇ ਫੋਨ ਤੇ ਗੱਲ ਕਰਨਾ ਚਾਹੁੰਦਾ ਸੀ, ਬਿਜੀ ਤਾਂ ਨਹੀਂ ਜਾ ਸਰ ਤੁਸੀਂ? नहीं नहीं, मेरे फोन पे गल कर लो, कोई गल नहीं। ਮੈਂ ਦੂਸਰੇ ਫੋਨ ਤੇ ਕਰ। हाँ ओके जी, ओके देन क्लास इज ओवर, थैंक यू वेरी मच।